ਸੁਕਰਾਤ ਜਿੰਨੀ ਪ੍ਰਸਿੱਧੀ ਸ਼ਾਇਦ ਹੀ ਮਨੁੱਖੀ ਇਤਿਹਾਸ ਵਿੱਚ ਕਿਸੇ ਹੋਰ ਹਸਤੀ ਨੂੰ ਮਿਲੀ ਹੋਵੇ। ਦੁਨੀਆ ਦੇ ਯੁੱਗ ਗਰਦੀਆਂ ਨਾਲ ਭਰੇ ਇਤਿਹਾਸ ਵਿੱਚ ਉਸ ਦੇ ਜ਼ਹਿਰ ਦਾ ਪਿਆਲਾ ਪੀਣ ਨੂੰ ਬਾਰ-ਬਾਰ ਯਾਦ ਕੀਤਾ ਗਿਆ। ਸੁਕਰਾਤ ਨੂੰ ਪੱਛਮ ਵਿੱਚ ਹੀ ਨਹੀਂ, ਪੂਰਬੀ ਸਭਿਅਤਾ ਵਿੱਚ ਵੀ ਬਦੀ ਨਾਲ ਟਕਰਾ ਕੇ ਨੇਕੀ ਦੇ ਰਸਤੇ ਆਪਾ ਬਾਰਨ ਵਾਲੇ ਦਾਰਸ਼ਨਿਕ ਵਜੋਂ ਜਾਣਿਆ ਜਾਂਦਾ ਹੈ। ਇਸ ਤਸਵੀਰ ਦਾ ਦੂਜਾ ਰੁਖ ਵੀ ਘੱਟ ਹੈਰਾਨੀਜਨਕ ਨਹੀਂ। ਸੁਕਰਾਤ ਜਿੰਨਾ ਗੁਮਨਾਮ ਵੀ ਸ਼ਾਇਦ ਕੋਈ ਹੋਰ ਦਾਰਸ਼ਨਿਕ ਹੋਵੇ। ਇਹ ਵਿਰੋਧਤਾ ਹੀ ਉਸ ਨੂੰ ਜਾਣਨ ਦੀ ਉਤਸੁਕਤਾ ਨੂੰ ਵਧਾ ਦਿੰਦੀ ਹੈ। ਉਸ ਦੇ ਇਸ ਦਰਜਾ ਮਸ਼ਹੂਰ ਮਕਬੂਲ ਹੋਣ ਦੇ ਬਾਵਜੂਦ ਸਾਡੇ ਯੁੱਗ ਦੇ ਤਮਾਮ ਸਰੋਤ ਵੀ ਸੁਕਰਾਤ ਬਾਰੇ ਉਨੀ ਹੀ ਜਾਣਕਾਰੀ ਰੱਖਦੇ ਹਨ ਜਿੰਨੀ ਦੂਸਰੀ ਸਦੀ ਈਸਵੀ ਦੇ ਲੋਕਾਂ ਨੂੰ ਸੀ। ਇਹ ਵੱਖਰੀ ਗੱਲ ਹੈ ਕਿ 21ਵੀਂ ਸਦੀ ਤੱਕ ਆਉਂਦੇ ਗਾਹੇ ਬਗਾਹੇ ਕਈ ਦਾਰਸ਼ਨਿਕਾਂ ਨੇ ਸੁਕਰਾਤ ਨੂੰ ਜਾਣਨ ਦੇ ਜੋ ਯਤਨ ਕੀਤੇ ਉਹ ਸਾਡਾ ਰਸਤਾ ਪੱਧਰਾ ਕਰਦੇ ਹਨ। ਪਰ ਫਿਰ ਵੀ ਇੱਕ ਸਵਾਲ 2000 ਸਾਲ ਤੋਂ ਪੁੱਛਿਆ ਜਾਂਦਾ ਰਿਹਾ ਹੈ, ਸੁਕਰਾਤ ਕਿਹੜਾ ਸੁਕਰਾਤ? ਜਿਸਨੇ ਜ਼ਹਿਰ ਪੀਤਾ ਸੀ ਉਹ ਸੁਕਰਾਤ, ਜਾਂ ਪਲੇਟੋ ਦਾ ਗੁਰੂ ਸੁਕਰਾਤ, ਜਾਂ ਫਿਰ ਉਹ ਸੁਕਰਾਤ ਜੋ ਪਲੇਟੋ ਦੀਆਂ ਸੰਵਾਦਨੁਮਾ ਲਿਖਤਾਂ ਵਿੱਚ ਸਿਧਾਂਤਕ ਪ੍ਰਵਚਨ ਕਰਦਾ ਹੈ, ਉਹ ਸੁਕਰਾਤ। ਅਸਲ ਗੱਲ ਇਹ ਹੈ ਕਿ ਇਹ ਸਾਰੇ ਸੁਕਰਾਤ ਇੱਕ ਹੋਣ ਦੇ ਬਾਵਜੂਦ ਵੀ ਇੱਕ ਨਹੀਂ ਹਨ, ਪਰ ਵੱਖਰੇ ਹੋਣ ਦੇ ਬਾਵਜੂਦ ਇੱਕ ਮੰਨਣ ਦੀ ਮਜਬੂਰੀ ਵੀ ਹੈ। ਇਸ ਲਈ ਸੁਕਰਾਤ ਦੀ ਤਲਾਸ਼ ਵਿੱਚ ਤੁਰਨ ਵਾਲੇ ਹਰ ਜਣੇ ਨੂੰ ਆਪਣਾ ਸੁਕਰਾਤ ਆਪ ਘੜਨਾ ਪੈਂਦਾ ਹੈ, ਜੇ ਇਹਨਾਂ ਸਾਰੀਆਂ ਵਿਰੋਧਤਾਈਆਂ ਤੋਂ ਵੱਖ ਨਹੀਂ ਹੋ ਪਾਉਂਦਾ। ਸੰਸਾਰ ਦੇ ਵੱਡੇ ਤੋਂ ਵੱਡਾ ਚਿੰਤਕ ਵੀ ਇਸੇ ਸਮੱਸਿਆ ਨਾਲ ਦੋ ਚਾਰ ਹੋਏ ਹਨ। ਇਸ ਲਈ ਕਿਹੜਾ ਸੁਕਰਾਤ ਵਾਲਾ ਸਵਾਲ ਬਹੁਤ ਸੁਭਾਵਿਕ ਲੱਗਦਾ ਹੈ। ਪੱਛਮ ਤਾਂ ਇੱਕ ਹੋਰ ਰਵਾਇਤ ਵੀ ਰਹੀ ਹੈ। ਪਲੇਟੋ ਦਾ ਸੁਕਰਾਤ, ਜਿਨੋਫੋਨ ਦਾ ਸੁਕਰਾਤ, ਸਭ ਤੋਂ ਪ੍ਰਚਲਿਤ ਰਿਹਾ ਅਰਿਸਤੋਫੈਨਸ ਦਾ ਸੁਕਰਾਤ। ਤਿੰਨੇ ਅੱਡ-ਅੱਡ ਕਰਕੇ ਵੇਖੇ ਜਾਂਦੇ ਹਨ। ਇਸ ਦਾ ਅਰਥ ਇਹ ਹੈ ਕਿ ਅਸਲ ਵਿੱਚ ਸੁਕਰਾਤ ਬਾਰੇ ਮਿਲਦੀ ਜਾਣਕਾਰੀ ਇਹਨਾਂ ਲੇਖਕਾਂ ਦੇ ਨਜ਼ਰੀਏ ਹਨ। ਇਹਨਾਂ ਤਿੰਨਾਂ ਲੇਖਕਾਂ ਦਾ ਸੁਕਰਾਤ ਇੱਕ ਨਹੀਂ ਬਲਕਿ ਵਿਰੋਧਾਭਾਸੀ ਹੈ। ਕਿਸੇ ਇੱਕ ਜਾਂ ਦੂਸਰੀ ਵਜ੍ਹਾ ਕਰਕੇ ਇਹਨਾਂ ਤਿੰਨਾਂ ਦੇ ਸੁਕਰਾਤ ਦੀ ਪ੍ਰਮਾਣਿਕਤਾ ਵੀ ਸ਼ੱਕੀ ਹੁੰਦੀ ਹੈ। ਇਸ ਲਈ ਉਸ ਦੌਰ ਦੇ ਇਤਿਹਾਸ ਨੂੰ ਜਾਣ ਕੇ ਸੁਕਰਾਤ ਦੀ ਖੋਜ ਵਿੱਚ ਆਪ ਹੀ ਤੁਰਨਾ ਪੈਂਦਾ ਹੈ। ਇੱਕ ਹੋਰ ਗੱਲ ਵੀ ਹੈ ਜਿਸ ਰਾਹੀਂ ਇਤਿਹਾਸ ਦੇ ਸੁਕਰਾਤ ਦੇ ਨੇੜੇ ਪੁੱਜਾ ਜਾ ਸਕਦਾ ਹੈ, ਉਹ ਹੈ ਉਸ ਤੋਂ ਪਹਿਲਾਂ ਦੇ ਦਰਸ਼ਨ ਬਾਰੇ ਜਾਣਕਾਰੀ ਹਾਸਿਲ ਕੀਤੀ ਜਾਵੇ ਤੇ ਸੁਕਰਾਤ ਨੇ ਉਸ ਦਾਰਸ਼ਨਿਕ ਵਿਧੀ ਵਿੱਚ ਜੋ ਵਾਧਾ ਕੀਤਾ ਉਸ ਨੂੰ ਸਮਝਿਆ ਜਾਵੇ। ਇਹ ਮੁਕਾਬਲਾਤਨ ਔਖਾ ਤਰੀਕਾ ਹੈ, ਪਰ ਬਦ ਪ੍ਰਮਾਣਿਕ ਵੀ ਇਹੀ ਲੱਗਦਾ ਹੈ। ਸੁਕਰਾਤ ਨੂੰ ਸੋਫਿਸਟ ਸਮਝਣ ਦੀ ਰਵਾਇਤ ਘੱਟ ਪ੍ਰਵਾਨ ਨਹੀਂ ਹੋਈ। ਇਸ ਦਾ ਕਾਰਨ ਇਹ ਹੈ ਕਿ ਸੋਫਿਸਟ ਸੁਕਰਾਤ ਦੇ ਵੇਲੇ ਦੀਆਂ ਸਭ ਤੋਂ ਪ੍ਰਸਿੱਧ ਦਾਰਸ਼ਨਿਕ ਹਸਤੀਆਂ ਸਨ। ਉਹਨਾਂ ਦਾ ਚਿੰਤਨ ਲੋਕਪ੍ਰਿਯ ਤਰੱਕੀਆਂ ਨੂੰ ਦੁਬਾਰਾ ਜੀਵਿਤ ਕਰਕੇ ਗਿਆਨ ਨੂੰ ਸਧਾਰਨ ਲੋਕਬੋਧ ਦੀਆਂ ਕਿਰਿਆਵਾਂ ਤੱਕ ਘਟਾ ਦਿੰਦਾ ਸੀ। ਸੋਫਿਸਟਾਂ ਦਾ ਪ੍ਰਸਿੱਧ ਤਰੀਕਾ ਗਿਆਨ ਨੂੰ ਸੁਆਦਲੇ ਤਰੀਕੇ ਵਿੱਚ ਬਦਲ ਕੇ ਅਨੁਯਾਈਆਂ ਦੀ ਭੀੜ ਨੂੰ ਵਧਾਉਣਾ ਸੀ। ਪਰ ਸੁਕਰਾਤ ਨੇ ਸੂਫੀਆਂ ਨਾਲ ਸਿੱਧਾ ਸੰਵਾਦ ਕੀਤਾ ਤੇ ਆਪਣੇ ਮੁਕੱਦਮੇ ਦੌਰਾਨ ਸੂਫੀਆਂ ਨਾਲ ਖੁਦ ਨੂੰ ਵੱਖ ਵੀ ਕਰ ਲਿਆ। ਇਹ ਸਹੀ ਹੈ ਕਿ ਸੂਫੀਆਂ ਵਾਂਗ ਸੁਕਰਾਤ ਵੀ ਰੂਢੀਵਾਦੀ ਦਾ ਵਿਰੋਧੀ ਸੀ ਤੇ ਸਮਾਜ ਦੀਆਂ ਜਰਜਰੀਆਂ ਮਾਨਤਾਵਾਂ ਤੇ ਸੱਟ ਮਾਰਨ ਦਾ ਤਰੀਕਾ ਉਸ ਮੁਤਾਬਕ ਪੁਰਾਣੀ ਸਮਝਕਾਰੀ ਨੂੰ ਤਬਦੀਲ ਕਰਨਾ ਸੀ। ਇਹ ਨਵੀਆਂ ਦਾਰਸ਼ਨਿਕ ਵਿਧੀਆਂ ਲਿਆ ਕੇ ਤੇ ਲੋਕਾਂ ਵਿੱਚ ਨਵੇਂ ਗਿਆਨ ਨੂੰ ਰਸਾ ਬਸਾ ਕੇ ਸੰਭਵ ਹੋ ਸਕਣਾ ਸੀ। ਉਸਨੇ ਇਹੀ ਕੋਸ਼ਿਸ਼ ਕੀਤੀ। ਸੂਫੀਆ ਦੇ ਪਖੰਡ ਤੇ ਨੌਜਵਾਨਾਂ ਨੂੰ ਭਵਿੱਖ ਦੇ ਸ਼ਾਸਕਾਂ ਵਜੋਂ ਤਿਆਰ ਕਰਨ ਦੀ ਜਗ੍ਹਾ ਸੁਕਰਾਤ ਨੇ ਨੌਜਵਾਨੀ ਨੂੰ ਭਵਿੱਖ ਦੇ ਵਿਚਾਰਕਾਂ ਵਜੋਂ ਤਿਆਰ ਕੀਤਾ, ਜੋ ਆਪਣੀ ਰਵਾਇਤ ਉੱਪਰ ਸ਼ੰਕੇ ਖੜੇ ਕਰਨ, ਸਵਾਲ ਪੁੱਛਣ ਤੇ ਨਵੀਆਂ ਧਾਰਨਾਵਾਂ ਦੇ ਪ੍ਰਚਲਨ ਲਈ ਸਮਾਜ ਅੱਗੇ ਆਦਰਸ਼ ਬਣ ਕੇ ਵਿਚਰਨ। ਸੁਕਰਾਤ ਨੇ ਖੁਦ ਇੱਕ ਵੀ ਸ਼ਬਦ ਨਹੀਂ ਲਿਖਿਆ, ਇੱਥੋਂ ਤੱਕ ਕਿ ਉਸਦੇ ਅਨੁਯਾਈਆਂ ਨੇ ਵੀ ਉਸਦੇ ਜਿਉਂਦੇ ਜੀ ਕੁਝ ਨਹੀਂ ਲਿਖਿਆ। ਅਰਿਸਤੋਫੈਨਸ ਨੇ ਇੱਕ ਨਾਟਕ ਕਲਾਉਡਸ
ਵਿੱਚ ਸੁਕਰਾਤ ਦੀ ਪ੍ਰਤੀਕਾਤਮਕ ਕਿਰਦਾਰਕਸ਼ੀ ਕੀਤੀ। ਉਸਨੇ ਸੁਕਰਾਤ ਵਰਗਾ ਇੱਕ ਕਿਰਦਾਰ ਘੜਿਆ ਤੇ ਉਸ ਨੂੰ ਸੋਫੀਆ ਦੇ ਨੇੜੇ ਤੇੜੇ ਸਿੱਧ ਕੀਤਾ। ਜ਼ਿੰਦਗੀ ਦੇ ਵਿਹਾਰਕਤਾ ਤੋਂ ਟੁੱਟਿਆ ਹੋਇਆ ਮਨੁੱਖ, ਜਿਸ ਦੇ ਰਿਸ਼ਤੇ ਉਸ ਤੋਂ ਅੱਕੇ ਪਏ ਹਨ, ਜੋ ਸਿੱਖਿਆ ਦੇਣ ਬਦਲੇ ਧਨ ਲੈਂਦਾ ਹੈ, ਜੋ ਸੁਪਨਿਆਂ ਵਿੱਚ ਵਿਚਰਦਾ ਹੈ। ਇਹ ਕਿਰਦਾਰ ਇੰਨਾ ਪ੍ਰਚਲਿਤ ਹੋਇਆ ਕਿ ਸੁਕਰਾਤ ਖਿਲਾਫ ਮੁਕੱਦਮੇ ਵਿੱਚ ਇਸ ਨਾਟਕ ਨੇ ਨਾਵਾਚੀ ਰਾਏ ਬਣਾਈ। ਇੰਨਾ ਹੀ ਨਹੀਂ, ਕਲਾਉਡੀਅਸ ਅੱਜ ਵੀ ਸੁਕਰਾਤ ਦੀ ਸ਼ਖਸੀ ਵਾਕਫੀ ਉੱਪਰ ਅਸਰ ਅੰਦਾਜ਼ ਦਿਸਦਾ ਹੈ। ਇਹ ਇੱਕ ਮਜ਼ਾਹੀਆ ਨਾਟਕ ਸੀ ਜੋ ਸੋਫੀਆ ਦੇ ਜੀਵਨ ਵਿਹਾਰ ਦੀ ਖਿੱਲੀ ਉਡਾਉਣ ਲਈ ਲਿਖਿਆ ਗਿਆ ਸੀ। ਅਰਿਸਤੋਫੈਨਸ ਤੇ ਸੁਕਰਾਤ ਨੇੜੇ ਦੇ ਮਿੱਤਰ ਸਨ ਤੇ ਸੁਕਰਾਤ ਦਾ ਆਪਣੇ ਲੇਖਕ ਮਿੱਤਰ ਉੱਪਰ ਅਮਿੱਟ ਪ੍ਰਭਾਵ ਵੀ ਸੀ। ਪਰ ਤਾਂ ਵੀ ਇਹ ਨਾਟਕ ਅਜਿਹੀ ਰਚਨਾ ਹਰਗਿਜ਼ ਵੀ ਨਹੀਂ ਜਿਸ ਨੂੰ ਆਧਾਰ ਬਣਾ ਕੇ ਸੁਕਰਾਤ ਦੇ ਇਤਿਹਾਸਕਤਾ ਬਾਰੇ ਕੋਈ ਨਿੱਘਰ ਰਾਏ ਬਣਾਈ ਜਾ ਸਕੇ। ਐਥਨਜ਼ ਨੇ ਇੱਕ ਸ਼ਿਲਪੀ ਦੇ ਘਰ ਜੰਮਿਆ ਸੁਕਰਾਤ ਤਮਾਮ ਉਮਰ ਗਿਆਨ ਦੇ ਖੇਤਰ 'ਚ ਸਰਗਰਮ ਰਿਹਾ। ਉਸ ਦੇ ਮੁੱਢਲੇ ਜੀਵਨ ਬਾਰੇ ਕੁਝ ਜਾਣਕਾਰੀ ਹੈ ਜਿਸ ਉੱਪਰ ਕੋਈ ਸ਼ੱਕ ਨਹੀਂ, ਜਾਂ ਫਿਰ ਉਮਰ ਦੇ ਅਖੀਰ ਤੇ ਮੁਕੱਦਮੇ ਦੀ ਸਾਰੀ ਕਾਰਵਾਈ ਪ੍ਰਮਾਣਿਕ ਹੈ। ਬਾਕੀ ਦੇ ਸੁਕਰਾਤ ਤੇ ਉਸ ਦੀ ਜ਼ਿੰਦਗੀ ਬਾਰੇ ਜੀਨੋਫੋਨ ਤੇ ਪਲੇਟੋ ਦੀਆਂ ਲਿਖਤਾਂ ਉੱਪਰ ਨਿਰਭਰਤਾ ਬਿਨਾਂ ਕੋਈ ਚਾਰਾ ਵੀ ਨਹੀਂ। ਉਸ ਉੱਪਰ ਨੌਜਵਾਨਾਂ ਦੀ ਬੁੱਧ ਭ੍ਰਿਸ਼ਟ ਕਰਨ ਤੇ ਦੇਵਤਿਆਂ ਦੀ ਨਿੰਦਾ ਕਰਨ ਕਰਕੇ ਨਾਸਤਿਕਤਾ ਨੂੰ ਉਤਸ਼ਾਹਿਤ ਕਰਨ ਦੀਆਂ ਤੌਹਮਤਾਂ ਲਾ ਕੇ ਮੁਕੱਦਮਾ ਚਲਾਇਆ ਗਿਆ। ਮੁਕੱਦਮੇ ਦੀ ਸਾਰੀ ਕਾਰਵਾਈ ਪਲੇਟੋ ਦੇ ਕਰੀਬ 30 ਦੇ ਕਰੀਬ ਸੰਵਾਦਾਂ ਐਪੋਲੋਜੀ, ਫੇਡੋ, ਮੈਨੋ, ਕ੍ਰੇਟੋ ਆਦਿ ਵਿੱਚ ਦਰਜ ਹੈ। ਇਸ ਤੋਂ ਬਿਨਾਂ ਸੁਕਰਾਤ ਦੀਆਂ ਨੀਤੀਗਤ, ਰਾਜਨੀਤਿਕ, ਦਾਰਸ਼ਨਿਕ ਧਾਰਨਾਵਾਂ ਲਈ ਰਿਪਬਲਿਕ ਇੱਕ ਅਹਿਮ ਸਰੋਤ ਹੈ। ਰਿਪਬਲਿਕ ਵਿਚਲਾ ਮੈਂ ਸੁਕਰਾਤ ਹੈ, ਜਿਸ ਬਾਰੇ ਪਲੇਟੋ ਆਰੰਭ ਵਿੱਚ ਹੀ ਸੰਕੇਤ ਕਰ ਦਿੰਦਾ ਹੈ। ਇਸ ਦੇ ਮੁਕਾਬਲੇ ਜੀਨੋਫੋਨ ਦਾ ਸੁਕਰਾਤ ਵਿਹਾਰਕਤਾ ਨਾਲ ਜੁੜਿਆ ਇੱਕ ਪ੍ਰੇਰਕ ਦਰਸ਼ਨਵੇਤਾ ਹੈ। ਉਹ ਬਹੁਤ ਸਾਰੇ ਥਾਵਾਂ ਤੇ ਪਲੇਟੋ ਨਾਲ ਉਲਟ ਵਿਚਾਰ ਦਿੰਦਾ ਹੈ। ਮਿਸਾਲ ਵਜੋਂ ਰਿਪਬਲਿਕ ਵਿੱਚ ਸੁਕਰਾਤ ਔਰਤਾਂ ਨੂੰ ਸਿੱਖਿਆ ਦੇ ਕੇ ਉਹਨਾਂ ਨੂੰ ਸਮਾਜਿਕ ਗਤੀ ਵਿੱਚ ਅਹਿਮ ਕੜੀ ਵਜੋਂ ਸ਼ਾਮਲ ਕਰਨ ਦਾ ਹਾਮੀ ਹੈ, ਪਰ ਜੀਨੋਫੋਨ ਦੀ ਕਿਤਾਬ ਕਨਵਰਸੇਸ਼ਨ ਆਫ ਸੋਕਰੇਟਸ ਵਿਚਲਾ ਸੁਕਰਾਤ ਸਮਾਜ ਦੇ ਨਿਰਵਿਘਨ ਚੱਲਣ ਲਈ ਔਰਤਾਂ ਨੂੰ ਗਿਆਨ ਦੀ ਗਤੀਵਿਧੀ ਤੋਂ ਪਰੇ ਰੱਖਣ ਦੀ ਗੱਲ ਕਰਦਾ ਹੈ। ਇਸ ਲਈ ਇਹ ਪੱਕੀ ਗੱਲ ਹੈ ਕਿ ਇਹਨਾਂ ਦੋਵਾਂ ਦੀਆਂ ਲਿਖਤਾਂ ਵਿੱਚ ਪੇਸ਼ ਹੋਈਆਂ ਸੁਕਰਾਤ ਦਾ ਬਿੰਬ ਵੀ ਇਹਨਾਂ ਦੇ ਨਿੱਜ ਤੋਂ ਅਭਿੱਜ ਨਹੀਂ। ਪশ্ਚਿਮ ਵਿੱਚ ਐਸੇ ਉਲਝਾਅ ਨੂੰ ਸੁਕਰਾਤੀ ਸਮੱਸਿਆ ਕਿਹਾ ਗਿਆ। ਪশ্ਚਿਮ ਦਰਸ਼ਨ ਸ਼ਾਸਤਰੀਆਂ ਨੇ ਇਸ ਸਮੱਸਿਆ ਦੇ ਹੱਲ ਲਈ ਅਧਿਆਇਤਾਂ ਨੂੰ ਬਹੁਤੇ ਸੁਚੇਤ ਹੋ ਕੇ ਸੁਕਰਾਤ ਨੂੰ ਮੌਲਿਕ ਤੌਰ ਤੇ ਕਲਪਿਤ ਕਰਨ ਤੇ ਉਸਨੂੰ ਉਸ ਦੌਰ ਦੇ ਇਤਿਹਾਸ ਨਾਲ ਜੋੜਨ ਲਈ ਵੀ ਕਿਹਾ। ਸੁਕਰਾਤ ਨੇ ਪਹਿਲਾਂ ਥੈਲਸ ਤੋਂ ਲੈ ਕੇ ਪਾਇਥਾਗੋਰਸ ਤੱਕ ਦਰਸ਼ਨ ਦੀ ਲੰਮੀ ਪਰੰਪਰਾ ਸੀ। ਉਸ ਦਰਸ਼ਨ ਦਾ ਸੁਭਾਅ ਕੁਦਰਤਵਾਦੀ ਸੀ ਤੇ ਉਸ ਵਿੱਚ ਸ੍ਰਿਸ਼ਟੀ, ਮਨੁੱਖ ਹੋਣ ਦੇ ਕਾਰਜ, ਤਾਰਾ ਵਿਗਿਆਨ, ਜੋਤਿਸ਼, ਧਰਮ, ਸੱਤਾ, ਜੀਵਾਤਮਾ ਆਦਿ ਬਾਰੇ ਵਿਚਾਰ ਹੋਈ ਸੀ। ਸੰਸਾਰ ਦੀ ਚਾਲਕ ਸ਼ਕਤੀ ਬਾਰੇ ਬਦਲਵੇਂ ਵਿਚਾਰਾਂ ਦੇ ਤੌਰ ਤੇ ਉਸ ਚਿੰਤਨ ਵਿੱਚ ਕਦੇ ਅੱਗ ਨੂੰ, ਕਦੇ ਪਾਣੀ ਨੂੰ, ਕਦੇ ਹਵਾ ਨੂੰ ਸੰਸਾਰ ਦੀ ਮੁੱਲ ਚਾਲਕ ਸ਼ਕਤੀ ਸਿੱਧ ਕਰਨ ਦੇ ਹੱਕ ਵਿੱਚ ਸਥਾਪਨਾਵਾਂ ਦਿੱਤੀਆਂ ਗਈਆਂ ਸਨ। ਮਨੁੱਖੀ ਮਨ ਦਾ ਸੰਦਰਭ ਉਸ ਵਿੱਚੋਂ ਗੈਰ ਹਾਜ਼ਰ ਸੀ। ਦੂਜੀ ਗੱਲ, ਉਸ ਚਿੰਤਨ ਨੇ ਚੀਜ਼ਾਂ ਨੂੰ ਜਿਵੇਂ ਪ੍ਰਤੀਖਿਆ ਸੀ ਉਵੇਂ ਹੀ ਇੱਕ ਪਾਸੜ ਉਚਾਰਨ ਵਾਂਗ ਪ੍ਰਗਟਾਇਆ ਸੀ। ਉਹਨਾਂ ਧਾਰਨਾਵਾਂ ਬਾਰੇ ਸਵਾਲਾਂ ਦੀ ਕੋਈ ਗੁੰਜਾਇਸ਼ ਨਹੀਂ ਸੀ। ਸੁਕਰਾਤ ਨੇ ਇਹਨਾਂ ਸਾਰੇ ਸਵਾਲਾਂ ਬਾਰੇ ਨਿਰੰਤਰ ਸੋਚਿਆ ਤੇ ਆਪਣੇ ਨਜ਼ਰੀਏ ਤੋਂ ਮਨੁੱਖ ਦੀ ਕਲਪਨਾ ਤੇ ਪ੍ਰਗਟਾਅ ਨੂੰ ਮਹੱਤਵ ਦਿੱਤਾ। ਉਸਨੇ ਸੋਚਿਆ ਕਿ ਜੇ ਇੱਕ ਵਰਤਾਰੇ ਬਾਰੇ ਵੱਖ-ਵੱਖ ਲੋਕ ਅੱਡ-ਅੱਡ ਵਿਆਖਿਆ ਕਰਦੇ ਹਨ ਤਾਂ ਮਸਲਾ ਵਰਤਾਰੇ ਦੀ ਭਿੰਨਤਾ ਦਾ ਨਹੀਂ, ਸਗੋਂ ਸੋਚ ਦੇ ਅੱਡ ਪ੍ਰਸੰਗਾਂ ਦਾ ਹੈ। ਇਸ ਦੇ ਨਾਲ ਹੀ ਦਾਰਸ਼ਨਿਕ ਪ੍ਰਗਟਾਅ ਵਿਧੀ ਕੁਝ ਤਰੀਕਾਕਾਰਾਂ ਤੇ ਟੇਕ ਰੱਖਦੀ ਹੈ। ਉਸਨੇ ਇਸ ਨੂੰ ਪ੍ਰਤੱਖਣ ਤੇ ਵਿਆਖਿਆ ਦੇ ਸੰਕਲਪ ਰਾਹੀਂ ਪੇਸ਼ ਕੀਤਾ। ਨਵੀਂ ਵਿਧੀ ਵਜੋਂ ਉਸਨੇ ਮਹਿਸੂਸ ਕੀਤਾ ਕਿ ਮਨ 'ਚ ਸਥਾਪਿਤ ਗਿਆਨ ਨੂੰ ਇੱਕ ਪਾਸੜ ਪ੍ਰਵਚਨ ਰਾਹੀਂ ਨਹੀਂ, ਸਗੋਂ ਸਵਾਲਾਂ ਦੇ ਸਨਮੁਖ ਖੜੇ ਕਰਨ ਨਾਲ ਨਵਿਆਇਆ ਜਾ ਸਕਦਾ ਹੈ। ਇਸ ਲਈ ਉਹ ਸਵਾਲਾਂ ਤੇ ਜ਼ੋਰ ਦਿੰਦਾ ਹੈ। ਇਸ ਵਿਧੀ ਨੂੰ ਗਿਆਨ ਦੀ
ਸੁਕਰਾਤੀ ਵਿਧੀ ਕਿਹਾ ਜਾਂਦਾ ਹੈ ਤੇ ਅੱਜ ਤੱਕ ਸਿੱਖਿਆ ਦੇ ਖੇਤਰ ਵਿੱਚ ਇਸ ਵਿਧੀ ਨੂੰ ਅਪਣਾਇਆ ਵੀ ਜਾਂਦਾ ਹੈ। ਇਸ ਤਰੀਕੇ ਨੂੰ ਤਤਕਾਲੀ ਯੂਨਾਨ ਦੇ ਨੌਜਵਾਨਾਂ ਨੇ ਬਹੁਤ ਪਸੰਦ ਕੀਤਾ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਨਵੇਂ ਗਿਆਨ ਪਾਂਦੀ ਸੁਕਰਾਤ ਨਾਲ ਸੰਵਾਦਾਂ ਵਿੱਚ ਪੈ ਕੇ ਆਪਣੇ ਆਪ ਨੂੰ ਭਰਪੂਰ ਕਰਦੇ ਰਹੇ। ਉਸਨੇ ਯਥਾਰਥ ਤੇ ਤਰਕ ਨੂੰ ਆਪਣੇ ਗਿਆਨ ਦੇ ਔਜ਼ਾਰ ਬਣਾਇਆ ਸੀ। ਇਹਨਾਂ ਔਜ਼ਾਰਾਂ ਨਾਲ ਹੀ ਉਹ ਦਿਮਾਗ 'ਚ ਲੱਗੇ ਜਾਲੇ ਲਾ ਕੇ ਨਵੇਂ ਵਿਚਾਰ ਜੜ ਰਿਹਾ ਸੀ। ਉਸਨੇ ਕੁਦਰਤੀ ਤੱਤਾਂ ਨੂੰ ਦੇਵਤੇ ਮੰਨਣ ਦੀ ਸੋਚ ਬਾਰੇ ਵੀ ਵਿਚਾਰਾਂ ਕੀਤੀਆਂ। ਇਹਨਾਂ ਨੂੰ ਆਧਾਰ ਬਣਾ ਕੇ ਉਸ ਉੱਪਰ ਮੁਕੱਦਮਾ ਠੋਸਿਆ ਗਿਆ ਤੇ ਆਖਿਰ ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਪੀਣਾ ਪਿਆ। ਭਾਵੇਂ ਐਥਨਜ਼ ਤੇ ਤਤਕਾਲੀ ਇਤਿਹਾਸਕ ਕਾਰਨ ਵੀ ਇਸ ਲਈ ਜ਼ਿੰਮੇਵਾਰ ਸਨ। ਐਥਨਜ਼ ਦੀ ਸਪਾਰਤਾ ਨਾਲ ਕਈ ਦਹਾਕਿਆਂ ਤੱਕ ਚੱਲੀ ਲੜਾਈ 'ਚੋਂ ਮਿਲੀ ਸ਼ਰਮਨਾਕ ਹਾਰ ਕਾਰਨ ਉਸ ਸਮੇਂ ਐਥਨਜ਼ ਦੀ ਜਨਤਾ ਵੀ ਰੋਹ ਵਿੱਚ ਸੀ। ਲੋਕਾਂ ਦੇ ਇਸ ਰੋਹ ਨੂੰ ਸ਼ਾਂਤ ਕਰਨ ਲਈ ਇਹ ਮੁਕੱਦਮਾ ਬੇਹੱਦ ਅਹਿਮ ਘਟਨਾ ਸੀ। ਇਹ ਭਾਵਨਾ ਪੈਦਾ ਕਰਨ ਦੀ ਕੋਸ਼ਿਸ਼ ਹੋਈ ਕਿ ਐਥਨਜ਼ ਦੀਆਂ ਮੁਸੀਬਤਾਂ ਲਈ ਦੇਵਤਿਆਂ ਦੀ ਨਾਰਾਜ਼ਗੀ ਜ਼ਿੰਮੇਦਾਰ ਹੈ ਤੇ ਦੇਵਤੇ ਇਸੇ ਲਈ ਨਾਰਾਜ਼ ਹਨ ਕਿਉਂਕਿ ਸੁਕਰਾਤ ਨੇ ਯੁਵਕਾਂ ਨੂੰ ਉਹਨਾਂ ਦੇ ਖਿਲਾਫ ਭੜਕਾਇਆ ਹੈ। ਇਸ ਲਈ ਜਨਤਾ ਵੀ ਸੁਕਰਾਤ ਨੂੰ ਸਖਤ ਸਜ਼ਾ ਦੇ ਹੱਕ ਵਿੱਚ ਸੀ। ਸੁਕਰਾਤ ਨੇ ਬਹੁਤ ਤਿੱਖੇ ਤਰਕਾਂ ਨਾਲ ਆਪਣਾ ਮੁਕੱਦਮਾ ਲੜਿਆ ਪਰ ਜੱਜਾਂ ਨੇ ਸਜ਼ਾ ਦੇਣ ਦਾ ਮਨ ਪਹਿਲਾਂ ਹੀ ਬਣਾਇਆ ਹੋਇਆ ਸੀ। ਪਰ ਸੁਕਰਾਤ ਦੀਆਂ ਧਾਰਨਾਵਾਂ ਅੱਧੀ ਸਦੀ ਬਾਅਦ ਹੀ ਸਹੀ ਸਾਬਿਤ ਹੋਈਆਂ ਤੇ ਉਸ ਕੋਲੋਂ ਐਥਨਜ਼ ਦੀ ਸੰਸਦ ਵਿੱਚ ਮਾਫ਼ੀ ਮੰਗ ਕੇ ਉਸਦਾ ਬੁੱਤ ਐਥਨਜ਼ ਦੇ ਮੁੱਖ ਚੌਰਾਹੇ ਵਿੱਚ ਸਥਾਪਿਤ ਕੀਤਾ ਗਿਆ। ਸੁਕਰਾਤ ਨੇ ਜਿਸ ਗੱਲ ਤੇ ਜ਼ੋਰ ਦਿੱਤਾ ਉਹ ਇਹ ਸੀ ਕਿ ਗਿਆਨ ਦਾ ਦਿੱਤਾ ਇੱਕ ਵਾਰੀ ਫਿਰ ਤੋਂ ਸੁਕਰਾਤ ਨੇ ਜਿਸ ਗੱਲ ਤੇ ਜ਼ੋਰ ਦਿੱਤਾ ਉਹ ਇਹ ਸੀ ਕਿ ਗਿਆਨ ਨਾ ਦਿੱਤਾ ਜਾ ਸਕਦਾ ਤੇ ਨਾ ਲਿਆ ਜਾ ਸਕਦਾ। ਇਹ ਮਹਿਸੂਸ ਕਰਨ ਵਾਲੀ ਭਾਵਨਾ ਹੈ ਉਸਦੇ ਗਿਆਨ ਦੇ ਹੀ ਨਹੀਂ ਜੀਣ ਦੇ ਹੀ ਕੇਂਦਰ ਵਿੱਚ ਮਨੁੱਖੀ ਹਿੱਤ ਸਭ ਤੋਂ ਉੱਪਰ ਹੈ। ਰਿਪੀਟ, ਉਸਦੇ ਗਿਆਨ ਦੇ ਹੀ ਨਹੀਂ ਜੀਣ ਦੇ ਕੇਂਦਰ ਵਿੱਚ ਵੀ ਮਨੁੱਖ ਹਿੱਤ ਸਭ ਤੋਂ ਉੱਪਰ ਹੈ। ਫੌਜ ਵਿੱਚ ਵਿਰੋਧੀਆਂ ਨਾਲ ਲੜਦੇ ਸੁਕਰਾਤ ਨੇ ਆਪਣੇ ਮਿੱਤਰਾਂ ਨੂੰ ਆਪਣੀ ਜਾਨ ਤੇ ਖੇਡ ਕੇ ਬਚਾਇਆ। ਸੰਸਦ ਵਿੱਚ ਨਿਯੁਕਤ ਹੋਇਆ ਤਾਂ ਫੌਜੀ ਜਨਰਲਾਂ ਦੇ ਖਿਲਾਫ ਚੱਲ ਰਹੇ ਮੁਕੱਦਮੇ ਵਿੱਚ ਸਾਰੀ ਸੰਸਦ ਤੋਂ ਉਲਟ ਮਤ ਪੇਸ਼ ਕੀਤੇ। ਕ੍ਰਿਟੋ ਨੇ ਜੇਲ੍ਹ ਵਿੱਚੋਂ ਭੱਜਣ ਦੀ ਸਲਾਹ ਦਿੱਤੀ ਤਾਂ ਵੀ ਉਹ ਸਿਧਾਂਤ ਅਨੁਸਾਰ ਭੁਗਤਣ ਦਾ ਸਹੀ ਮੌਕਾ ਕਹਿ ਕੇ ਆਪਣੀ ਹੋਣੀ ਨੂੰ ਸਵੀਕਾਰ ਕੀਤਾ। ਸੁਕਰਾਤ ਦੇ ਚਿੰਤਨ ਨੂੰ ਉਸਦੀ ਸ਼ਖਸੀਅਤ ਨੂੰ ਦਰਸ਼ਨ ਦੇ ਕਿਸੇ ਇਕਹਿਰੇ ਅਨੁਸ਼ਾਸਨ ਨਾਲ ਸੰਬੰਧਿਤ ਕਰਕੇ ਦੇਖਣਾ ਵੀ ਭੁੱਲ ਹੋਵੇਗੀ। ਉਸਨੇ ਰਾਜਨੀਤੀ, ਸਮਾਜ ਵਿਗਿਆਨ, ਮਨੁੱਖ ਵਿਗਿਆਨ, ਭਾਸ਼ਾ ਆਦਿ ਬਾਰੇ ਭਰਪੂਰ ਚਿੰਤਨ ਕੀਤਾ। ਇਸ ਲਈ ਬਾਅਦ ਵਾਲੇ ਮਨੁੱਖੀ ਹੋਣ ਦੇ ਸੋਚ ਮਸਲਿਆਂ ਉੱਪਰ ਸੁਕਰਾਤ ਦੀ ਗੂੜ੍ਹੀ ਛਾਪ ਨਜ਼ਰ ਆਉਂਦੀ ਹੈ। ਸਿਰਫ ਭਾਸ਼ਣਕਾਰੀ ਦੇ ਆਸਰੇ ਵਿਦਵਤਾ ਦੇ ਭਰਮ ਫੈਲਾਅ ਦੀ ਥਾਂ ਵਿਚਾਰਸ਼ੀਲਤਾ ਨੂੰ ਮਨੁੱਖੀ ਤਾਸੀਰ ਦਾ ਹਿੱਸਾ ਬਣਾਉਣ ਲਈ ਸੁਕਰਾਤ ਇੱਕ ਸਿਮਰਤੀ ਵਾਂਗ ਸਦਾ ਹਾਜ਼ਰ ਰਿਹਾ ਹੈ। ਸੱਤਾ ਦੇ ਪ੍ਰਤੀਰੋਧ ਦੇ ਪ੍ਰਤੀਕ ਵਜੋਂ ਇੱਕ ਦਾਰਸ਼ਨਿਕ ਦਾ ਸਦਾ ਸਲਾਮਤ ਰੂਪ ਦਰਸ਼ਨ ਦੇ ਇਤਿਹਾਸ ਦੀ ਦੁਰਲਭ ਘਟਨਾ ਕਹੀ ਜਾਵੇਗੀ। ਇਹ ਕਿਤਾਬ ਜੋ ਹੋਂਦ ਵਿੱਚ ਆ ਰਹੀ ਹੈ ਤਾਂ ਇਸ ਦੇ ਪਿੱਛੇ ਸਮਿਤ ਗੁਲਾਟੀ ਤੇ ਜਸਵੀਰ ਬੇਗਮਪੁਰੀ ਵੱਲੋਂ ਲਗਾਤਾਰ ਸੁਸਤੀ ਨੂੰ ਵੰਗਾਰਿਆ ਜਾਣਾ ਜ਼ਿੰਮੇਦਾਰ ਹੈ। ਪ੍ਰੋਫੈਸਰ ਸੁਰਜੀਤ ਜੱਜ ਮੇਰੇ ਵਿਦਿਆਰਥੀ ਜੀਵਨ ਤੋਂ ਹੀ ਮੈਨੂੰ ਸੇਧ ਦਿੰਦੇ ਰਹੇ ਹਨ। ਡਾਕਟਰ ਸੁਰਜੀਤ ਤੇ ਗੁਰਤੇਜ ਕੁਹਾਰਵਾਲਾ ਉਹਨਾਂ ਦੀ ਪ੍ਰੇਰਨਾ ਕੰਮ ਲਈ ਲਗਾਤਾਰ ਤੋਰੀ ਰੱਖਦੀ ਹੈ। ਇਸ ਕਿਤਾਬ ਦੇ ਹੋਂਦ ਵਿੱਚ ਆਉਣ ਲਈ ਮਨਦੀਪ ਔਲਖ ਦਾ ਬਹੁਤ ਸਹਾਰਾ ਰਿਹਾ ਜਿਸ ਨੇ ਅੰਗਰੇਜ਼ੀ ਦੇ ਔਖੇ ਸੰਕਲਪਾਂ ਨੂੰ ਸਮਝਣ ਵਿੱਚ ਮਦਦ ਕੀਤੀ। ਸੁਖਜਿੰਦਰ ਫਿਰੋਜ਼ਪੁਰੀ ਦੇ ਸੁਭਾਅ ਮੇਰੀ ਪ੍ਰਾਪਤੀ ਰਹੇ ਹਨ। ਪਿਛਲੇ ਕੁਝ ਸਮੇਂ ਤੋਂ ਮੈਂ ਜਿਸ ਤਰ੍ਹਾਂ ਦਾ ਕੈਫੀਅਤ ਨਾਲ ਦੋ ਚਾਰ ਹਾਂ ਉਸ ਦੇ ਬਾਵਜੂਦ ਇਹ ਕਿਤਾਬ ਦੇ ਲਿਖੇ ਜਾਣ ਤੇ ਮੈਨੂੰ ਹੈਰਾਨੀ ਭਰੀ ਖੁਸ਼ੀ ਹੈ। ਜਗਵਿੰਦਰ ਜੋਧਾ, 5 ਅਕਤੂਬਰ 2019। ਅਧਿਆਇ ਪਹਿਲਾ, ਸੁਕਰਾਤ ਤੋਂ ਪੂਰਬਲਾ ਯੂਨਾਨੀ ਦਰਸ਼ਨ। ਸੁਕਰਾਤ ਯੂਨਾਨੀ ਦਰਸ਼ਨ ਸ਼ਾਸਤਰ ਵਿੱਚ ਵਿਹਾਰਕਤਾ ਸ਼ਾਮਿਲ ਕਰਕੇ ਦਰਸ਼ਨ ਨੂੰ ਗਿਆਨ ਦੀ ਬੌਧਿਕ ਮਸ਼ਕ ਤੋਂ ਗਾਂਹ ਤੋਰਦਾ ਹੈ। ਉਸ ਦੀਆਂ ਦਾਰਸ਼ਨਿਕ ਧਾਰਨਾਵਾਂ ਦੀ ਅਣਹੋਂਦ ਵਿੱਚ ਲੰਮਾ ਸਮਾਂ ਚਿੰਤਕਾਂ ਨੇ ਉਸਦੇ ਮਹੱਤਵ ਨੂੰ ਦਰਕਿਨਾਰ ਰੱਖਿਆ। ਹਾਲਾਂਕਿ ਉਸਦੇ ਸ਼ਾਗਿਰਦ ਪਲੇਟੋ ਨੇ ਸੁਕਰਾਤ ਬਾਰੇ ਲੰਮੇ ਚੌੜੇ ਸੰਵਾਦ ਲਿਖੇ ਪਰ ਡੇਵਿਡ ਜ਼ਿਲਬਰਮੈਨ ਵਰਗੇ ਵਿਦਵਾਨਾਂ ਦੀ ਨਜ਼ਰ ਵਿੱਚ ਸੰਵਾਦਾਂ ਵਿੱਚ ਸੁਕਰਾਤ ਨਹੀਂ ਬਲਕਿ ਪਲੇਟੋਨੁਮਾ ਸੁਕਰਾਤ ਹੀ ਸੀ। ਆਧੁਨਿਕ ਕਾਲ ਤੱਕ ਸੁਕਰਾਤ ਦੀਆਂ ਦਾਰਸ਼ਨਿਕ ਲੱਭਤਾਂ ਦਾ ਬਹੁਤ ਤਿੱਖਾ ਪ੍ਰਭਾਵ ਕਲਾ ਸਾਹਿਤ ਤੇ ਜੀਵਨ ਵਰਤਾਰਿਆਂ ਉੱਪਰ ਦੇਖਿਆ ਜਾ ਸਕਦਾ ਹੈ।
ਸੁਕਰਾਤ ਪ੍ਰਤੀ ਸ਼ਰਧਾ ਭਾਵ ਰੱਖਣ ਵਾਲੇ ਵਿਦਵਾਨਾਂ ਨੇ ਤਾਂ ਉਸਨੂੰ ਯੂਨਾਨੀ ਦਰਸ਼ਨ ਦਾ ਆਦਿ ਪੁਰਖ ਸਾਬਿਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਦਰਅਸਲ ਇਹ ਰੁਚੀ ਵਿਚਾਰਾਂ ਦੀ ਸਤ੍ਹਾ ਦੀ ਅਧੀਨਗੀ ਵਿੱਚੋਂ ਪੈਦਾ ਹੁੰਦੀ ਹੈ। ਇਸਲਾਮ ਪ੍ਰਤੀ ਸ਼ਰਧਾ ਭਾਵੀ ਵਿਦਵਾਨਾਂ ਨੇ ਇਸਲਾਮ ਤੋਂ ਪਹਿਲੇ ਯੁੱਗ ਨੂੰ ਜਹਾਲਤ ਦਾ ਦੌਰ ਕਿਹਾ ਸੀ। ਉਹ ਇਹ ਗੱਲ ਸਮਝਣ ਤੋਂ ਉਕੇ ਗਏ ਕਿ ਇਸਲਾਮ ਵਰਗਾ ਵਿਕਸਿਤ ਧਰਮ ਆਪਣੇ ਤੋਂ ਪਹਿਲਾਂ ਦੇ ਕਿਸੇ ਖਿਲਾਫ ਵਿੱਚ ਕਿਵੇਂ ਹੋਂਦ ਵਿੱਚ ਆ ਸਕਦਾ ਸੀ। ਇਸੇ ਤਰ੍ਹਾਂ ਅੰਗਰੇਜ਼ ਇਤਿਹਾਸਕਾਰਾਂ ਨੇ ਮੱਧਕਾਲ ਦੇ ਭਾਰਤੀ ਇਤਿਹਾਸ ਦਰਸ਼ਨ ਅਤੇ ਸਾਹਿਤ ਪ੍ਰਤੀ ਨਕਾਰਾਤਮਕ ਰਵੱਈਆ ਧਾਰਨ ਕਰੀ ਰੱਖਿਆ। ਸੁਕਰਾਤ ਪ੍ਰਤੀ ਸ਼ਰਧਾਵਾਨ ਚਿੰਤਕ ਵੀ ਕਿਸੇ ਭਾਵਨਾ ਦੇ ਅਧੀਨ ਉਸ ਤੋਂ ਪਹਿਲਾਂ ਦੇ ਦਰਸ਼ਨ ਨੂੰ ਅਣਗਹਿਲੀਆਂ ਕਰਨ ਦੀ ਰੁਚੀ ਦਾ ਸ਼ਿਕਾਰ ਹੁੰਦੇ ਹਨ। ਅਜਿਹਾ ਹੋਣ ਦੇ ਬਹੁਤ ਸਾਰੇ ਕਾਰਨ ਹੋਣ ਦੇ ਬਾਵਜੂਦ ਇਹ ਗੱਲ ਮੰਨਣੀ ਪਵੇਗੀ ਕਿ ਸੁਕਰਾਤ ਯੂਨਾਨੀ ਦਰਸ਼ਨ ਦਾ ਆਰੰਭ ਕਰਤਾ ਤਾਂ ਹਰਗਿਜ਼ ਵੀ ਨਹੀਂ ਸੀ। ਉਸ ਤੋਂ ਪਹਿਲਾਂ ਐਸੇ ਬਹੁਤ ਸਾਰੇ ਨਾਮ ਯੂਨਾਨ ਦੇ ਦਰਸ਼ਨ ਦੀ ਧਾਰਾ ਵਿੱਚੋਂ ਹੋ ਗੁਜ਼ਰੇ ਸਨ, ਜਿਨ੍ਹਾਂ ਨੇ ਆਪਣੀਆਂ ਦਾਰਸ਼ਨਿਕ ਧਾਰਨਾਵਾਂ ਨਾਲ ਦਰਸ਼ਨ ਦੀ ਲੜੀਬੰਦ ਵਿਚਾਰਸ਼ੀਲਤਾ ਦਾ ਮਾਹੌਲ ਪੈਦਾ ਕਰ ਦਿੱਤਾ ਸੀ। ਸੁਕਰਾਤ ਉਸ ਸਿਲਸਿਲੇ ਦੀ ਅਹਿਮ ਇਤਿਹਾਸਿਕ ਬਿੰਦੂ 'ਤੇ ਪੈਦਾ ਹੋਇਆ ਜਿੱਥੇ ਦਾਰਸ਼ਨਿਕ ਗਿਆਨ ਦੀ ਪ੍ਰਸੰਗਿਕਤਾ ਦਾ ਸਵਾਲ ਸਾਹਮਣੇ ਆ ਚੁੱਕਾ ਸੀ। ਉਸ ਨੁਕਤੇ 'ਤੇ ਪੈਦਾ ਹੋਣ ਵਾਲੇ ਸਵਾਲ ਕੁਝ ਜਵਾਬਾਂ ਦੀ ਮੰਗ ਕਰਦੇ ਸਨ। ਇਤਿਹਾਸ ਦੇ ਉਹਨਾਂ ਜਵਾਬਾਂ ਦੀ ਤਲਾਸ਼ ਲਈ ਜਿਸ ਤਰ੍ਹਾਂ ਦੀ ਪ੍ਰਤਿਭਾ ਲੋੜੀਂਦੀ ਸੀ, ਸੁਕਰਾਤ ਵੈਸੀ ਹੀ ਪ੍ਰਤਿਭਾ ਦਾ ਮਾਲਿਕ ਸੀ। ਉਸਨੇ ਜਿਸ ਅਡੋਲਤਾ ਤੇ ਵੱਖਰਤਾ ਨਾਲ ਕਾਰਜ ਕੀਤਾ ਤੇ ਜਿਸ ਸਿਦਕ ਨਾਲ ਉਹ ਆਪਣੇ ਅੰਜਾਮ ਤੱਕ ਪੁੱਜਾ, ਉਹ ਦੁਰਲੱਭ ਗੱਲ ਸੀ। ਇਸ ਵਜ੍ਹਾ ਕਰਕੇ ਸੁਕਰਾਤ ਨੂੰ ਯੂਨਾਨੀ ਦਰਸ਼ਨ ਦੇ ਆਰੰਭ ਬਿੰਦੂ ਵਜੋਂ ਸਮਝੇ ਜਾਣ ਦਾ ਭੁਲੇਖਾ ਸਿਰ ਚੁੱਕਦਾ ਹੈ। ਆਪਣੇ ਮੁੱਢਲੇ ਰੂਪ ਵਿੱਚ ਦਰਸ਼ਨ ਚੀਜ਼ਾਂ ਵਰਤਾਰਿਆਂ ਨੂੰ ਜਾਣਨ ਦੀ ਜਿਗਿਆਸਾ ਵਿੱਚੋਂ ਉਪਜਦਾ ਹੈ ਤੇ ਕਾਲਪਨਿਕਤਾ ਰਾਹੀਂ ਵਾਪਰਦੇ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਮਨੁੱਖ ਨੂੰ ਵਿਗਸ ਰਹੀ ਸਮਝ ਆਪਣੇ ਸਮਕਾਲ ਤੋਂ ਪਿੱਛੇ ਰਹਿ ਗਏ ਖਿਆਲਾਂ ਨੂੰ ਸਮਕਾਲ ਦਾ ਹਾਣੀ ਬਣਾਉਣ ਲਈ ਦਰਸ਼ਨ ਦਾ ਸਹਾਰਾ ਲੈਂਦੀ ਰਹੀ ਹੈ। ਸੁਕਰਾਤ ਤੋਂ ਪੂਰਬਲਾ ਦਰਸ਼ਨ ਅਜਿਹੇ ਬਹੁਤ ਸਾਰੇ ਮੂਲ ਸਵਾਲਾਂ ਪ੍ਰਤੀ ਇੱਕ ਵੰਜਵੀ ਦ੍ਰਿਸ਼ਟੀ ਬਣਾ ਚੁੱਕਾ ਸੀ। ਭਾਵੇਂ ਉਹ ਦ੍ਰਿਸ਼ਟੀ ਤੇਜ਼ੀ ਨਾਲ ਬਦਲ ਰਹੇ ਵਰਤਾਰਿਆਂ ਦੀ ਵਾਕਫੀ ਲਈ ਉੱਗੜ-ਦੁਗੜੀ ਲੱਗਦੀ ਸੀ, ਸੁਕਰਾਤ ਵਰਤਾਰਿਆਂ ਪ੍ਰਤੀ ਇਸ ਉੱਗੜ-ਦੁਗੜੀ ਸਮਝ ਨੂੰ ਇੱਕ ਲੜੀ ਵਿੱਚ ਪਰੋ ਕੇ ਦਰਸ਼ਨ ਅਤੇ ਮਨੁੱਖੀ ਵਿਹਾਰ ਵਿਚਕਾਰ ਇੱਕ ਸੰਬੰਧ ਬਣਾਉਂਦਾ ਹੈ। ਦਰਸ਼ਨ ਸਮਾਜਿਕ ਚੇਤਨਾ ਦਾ ਇੱਕ ਰੂਪ ਹੈ। ਇਹ ਉਹ ਵਿਧੀ ਹੈ ਜਿਸ ਰਾਹੀਂ ਮਨੁੱਖ ਸੋਚ ਦੀ ਤਲਾਸ਼ ਦੇ ਰਾਹ ਦਾ ਪਾਂਧੀ ਬਣਦਾ ਹੈ। ਭਵਿੱਖ ਵਿੱਚ ਇਸ ਦੁਨੀਆ ਦਾ ਜਾਂ ਮਨੁੱਖ ਹੋਣ ਦੀ ਦਿਸ਼ਾ ਕੀ ਹੋਵੇਗੀ ਵਰਗੇ ਸਵਾਲਾਂ ਨਾਲ ਨਜਿੱਠਣ ਲਈ ਜੋ ਵਿਧੀ ਕੰਮ ਆਉਂਦੀ ਹੈ, ਉਹ ਦਰਸ਼ਨ ਹੈ। ਅੰਗਰੇਜ਼ੀ ਵਿੱਚ ਦਰਸ਼ਨ ਲਈ ਪਦ ਫਿਲਾਸਫੀ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸ਼ਬਦ ਯੂਨਾਨੀ ਸ਼ਬਦਾਂ ਫਿਲੋ ਅਤੇ ਸੋਫੀਆ ਤੋਂ ਬਣਿਆ ਹੈ। ਫਿਲੋ ਦਾ ਅਰਥ ਹੈ ਸਨੇਹ ਪਿਆਰ ਅਤੇ ਸੋਫੀਆ ਦਾ ਅਰਥ ਹੈ ਸਿਆਣਪ। ਇਸੇ ਤਰ੍ਹਾਂ ਫਿਲਾਸਫੀ ਜਾਂ ਦਰਸ਼ਨ ਨੂੰ ਬੌਧਿਕਤਾ ਜਾਂ ਸਿਆਣਪ ਲਈ ਸਨੇਹ ਦੇ ਅਰਥਾਂ ਵਿੱਚ ਵਰਤਿਆ ਜਾਣ ਲੱਗਾ। ਜੀਵਨ ਬਾਰੇ ਬਾਹਰਮੁਖੀ ਸੋਝੀ ਦੀ ਭਾਵਨਾ ਨੇ ਦਾਰਸ਼ਨਿਕ ਦ੍ਰਿਸ਼ਟੀਕੋਣ ਪੈਦਾ ਕੀਤੇ। ਰੋਡਨੀ ਹਿਟਲਰ ਤਾਂ ਹੁਣ ਤੱਕ ਦੀ ਸਮੁੱਚੀ ਵਿਕਾਸ ਯਾਤਰਾ ਨੂੰ ਦਰਸ਼ਨ, ਤਕਨੀਕ ਅਤੇ ਭਾਸ਼ਾ ਦੀਆਂ ਵਿਧੀਆਂ ਰਾਹੀਂ ਅਗਾਂਹ ਵਧਦੀ ਕਹਿੰਦਾ ਹੈ। ਮਨੁੱਖ ਦੀ ਸੱਚ ਅਤੇ ਗਿਆਨ ਲਈ ਜਿਗਿਆਸਾ ਦਰਸ਼ਨ ਦੇ ਪੈਦਾ ਹੋਣ ਦਾ ਕਾਰਨ ਬਣਦੀ ਹੈ, ਜਾਂ ਇਹ ਕਿਹਾ ਜਾਵੇ ਕਿ ਵਿਧੀਵਤ, ਵਿਵੇਕਪੂਰਨ ਅਤੇ ਲੜੀਵਾਰ ਵਿਚਾਰਾਂ ਦਾ ਸੰਯੋਜਨ ਹੀ ਦਰਸ਼ਨ ਹੈ। ਅਰਸਤੂ ਨੇ ਕਿਹਾ ਕਿ ਸਾਰੇ ਵਿਗਿਆਨ ਵਿੱਚੋਂ ਫਿਲਾਸਫੀ ਹੀ ਐਸਾ ਗਿਆਨ ਹੈ ਜੋ ਆਜ਼ਾਦ ਹੈ, ਕਿਉਂਕਿ ਇਹੀ ਐਸਾ ਵਿਗਿਆਨ ਹੈ ਜੋ ਕੇਵਲ ਆਪਣੇ ਆਪ ਲਈ ਜਿਉਂਦਾ ਹੈ। ਸਮਾਜ ਦੇ ਭੌਤਿਕ, ਪਦਾਰਥਕ ਵਿਕਾਸ ਆਦਿ ਨਾਲ ਆਸ-ਪਾਸ ਦੀਆਂ ਵਸਤੂਆਂ ਅਤੇ ਵਰਤਾਰਿਆਂ ਬਾਰੇ ਮਨੁੱਖ ਦੀ ਚੇਤਨਾ ਜਿਗਿਆਸੂ ਹੁੰਦੀ ਹੈ। ਇਹ ਜਿਗਿਆਸਾ ਜਾਣਨ ਦੇ ਕੁਝ ਸਧਾਰਨ ਨੇਮਾਂ 'ਤੇ ਸਹਿਮਤ ਹੋ ਜਾਂਦੀ ਹੈ। ਦਰਸ਼ਨ ਦਾ ਫਲਸਫਾ ਉਹਨਾਂ ਸਧਾਰਨ ਨੇਮਾਂ ਦਾ ਵਿਗਿਆਨਕ ਸੰਗ੍ਰਹਿ ਹੈ। ਪਹਿਲਾਂ ਮਨੁੱਖ ਨੇ ਆਸ-ਪਾਸ ਦਿਸਦੀ ਕੁਦਰਤ ਨੂੰ ਹੀ ਜਾਣਨ ਦੀ ਕੋਸ਼ਿਸ਼ ਕੀਤੀ। ਕੁਦਰਤ ਦੇ ਨਿਰੰਤਰ ਬਦਲਾਵਾਂ ਅਤੇ ਚੰਦ ਸੂਰਜ ਜਿਹੀ ਕੁਦਰਤੀ ਵਰਤਾਰਿਆਂ ਬਾਰੇ ਮੁੱਢਲੇ ਰੂਪ ਵਿੱਚ ਮਨੁੱਖੀ ਸੋਝੀ ਸ਼ਰਧਾ ਭਾਵੀ ਤੇ ਅਧਿਆਤਮਕ ਭਾਵਾਂ ਨਾਲ ਭਰੀ ਰਹੀ। ਰਵਾਇਤ ਤੋਂ ਮਿਲਦੀ ਜਾਣਕਾਰੀ ਹਰ ਦੌਰ ਵਿੱਚ ਵਿਅਕਤੀਗਤ ਮਰਜ਼ੀ ਰਾਹੀਂ ਮਾਨਤਾ ਹਾਸਲ ਕਰਦੀ ਹੈ। ਕੁਦਰਤੀ ਵਰਤਾਰਿਆਂ ਪਿੱਛੇ ਕਿਸੇ ਧਰਮ ਸੱਤਾ ਨੂੰ ਵਿਦਮਾਨ ਸਮਝਣ ਵਾਲੇ ਦਾਰਸ਼ਨਿਕ ਰੁਝਾਨ ਵੀ ਪਹਿਲ ਭਰਮ ਸੱਤਾ ਨਾਲ ਸੰਬੰਧ ਬਣਾਉਣ ਲਈ ਹੀ ਦਾਰਸ਼ਨਿਕ ਅਭਿਆਸ ਵਿੱਚ ਪਏ। ਕੁਝ ਹੋਰ ਬੁੱਧੀਮਾਨਾਂ ਨੇ ਪਰੰਪਰਾ ਤੋਂ ਤੁਰੀ ਆਉਂਦੀ ਜਾਣਕਾਰੀ ਨੂੰ ਆਪਣੇ ਅਨੁਭਵ ਵਿੱਚ ਅਤੇ ਬੁੱਧੀ ਦੀ ਕਮੇਟੀ ਦੇ ਪਰਦਿਆਂ
ਵਰਤਾਰਿਆਂ ਦੀਆਂ ਬਰੀਕ ਤੰਦਾਂ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕੀਤੀ। ਰੂਸੀ ਦਰਸ਼ਨ ਸ਼ਾਸਤਰੀ ਕੋਰਸ਼ੁਨੋਵਾ ਅਨੁਸਾਰ ਅਕੀਦੇ ਦੀ ਥਾਂ ਤਰਕ ਅਤੇ ਪਰਭੌਤਿਕ ਸ਼ਰਧਾ ਦੀ ਥਾਂ ਭੌਤਿਕ ਅਹਿਸਾਸ ਨਾਲ ਭਰੇ ਹੋਏ ਲੋਕਾਂ ਦੇ ਦਾਰਸ਼ਨਿਕ ਵਿਚਾਰਾਂ ਨੂੰ ਆਦਰਸ਼ਵਾਦ ਤੇ ਭੌਤਿਕਤਾ ਵੱਲ ਮੋੜ ਦਿੱਤਾ। ਇਸ ਦੇ ਨਾਲ ਹੀ ਮਨੁੱਖੀ ਵਿਹਾਰ ਦੇ ਭਾਵਾਂ ਦਇਆ, ਕਠੋਰਤਾ, ਨਰਮਾਈ, ਵਧੀ, ਚੰਗਿਆਈ ਆਦਿ ਨੂੰ ਠੋਸ ਰੂਪ ਤੋਂ ਵੱਖ ਕਰਕੇ ਦੇਖਣ ਅਤੇ ਉਹਨਾਂ ਨਾਲ ਜੁੜੇ ਨਿੱਜੀ ਅਹਿਸਾਸ ਦੀ ਭਾਵਨਾ ਨੇ ਦਰਸ਼ਨ ਦੇ ਵਿਚਾਰਾਂ ਲਈ ਰਾਹ ਪੱਧਰਾ ਕੀਤਾ। ਆਦਿ ਮਨੁੱਖ ਅਨੁਸਾਰ ਕੁਦਰਤੀ ਸੰਸਾਰ ਅਤੇ ਮਨੁੱਖ ਦਾ ਸੰਸਾਰ ਇੱਕ ਦੂਸਰੇ ਨਾਲ ਰਲਗੱਡ ਹਨ। ਪ੍ਰਕਿਰਤਕ ਸ਼ਕਤੀਆਂ ਦੇ ਮਾਨਵੀਕਰਨ ਰਾਹੀਂ ਉਹ ਉਹਨਾਂ ਸ਼ਕਤੀਆਂ ਦੀ ਕਿਰਪਾ ਜਾਂ ਕ੍ਰੋਧ ਦੀ ਭਾਗੀਦਾਰੀ ਨੂੰ ਆਪਣੀ ਹੋਣੀ ਮੰਨ ਲੈਂਦਾ ਸੀ। ਉਸ ਵਿੱਚੋਂ ਮੌਲਿਕਤਾ ਤੇ ਨਿੱਜੀ ਅਨੁਭਵ ਲਗਭਗ ਗੈਰ ਹਾਜ਼ਰ ਰਹਿੰਦਾ ਸੀ। ਦਰਸ਼ਨ ਅਨੁਭਵੀ ਵਿਆਖਿਆ ਹੈ, ਜਿਸ ਦੀ ਤਹਿ ਵਿੱਚ ਅਸਪਸ਼ਟ ਵਰਤਾਰਿਆਂ ਨੂੰ ਵਿਆਖਿਆ ਜਾਂ ਘੱਟੋ ਘੱਟ ਸਮਝਣ ਦੀ ਭਾਵਨਾ ਪਈ ਹੁੰਦੀ ਹੈ। ਬਾਹਰੀ ਜਗਤ, ਮਨੁੱਖੀ ਚੇਤਨਾ ਅਤੇ ਧਰਮ ਸੱਚ ਦੇ ਸੰਬੰਧਾਂ ਦਾ ਰਹੱਸ ਉਦਘਾਟਨ ਦਰਸ਼ਨ ਦੀ ਸਭ ਤੋਂ ਮੁੱਢਲੀ ਰੁਚੀ ਹੈ। ਇਸ ਲਈ ਦਰਸ਼ਨ ਸੱਚ ਤੇ ਗਿਆਨ ਦੀ ਖੋਜ ਹੈ, ਜੋ ਅਣਜਾਣੇ ਨੂੰ ਜਾਣਨ ਰਾਹੀਂ ਅਚੰਭਿਤ ਕਰਨ ਵੱਲ ਸੇਧਿਤ ਹੁੰਦੀ ਹੈ। ਸਿਸਰੋ ਨੇ ਦਰਸ਼ਨ ਨੂੰ ਤਰਕਪੂਰਨ, ਵਿਧੀਵਤ ਅਤੇ ਲੜੀਵਾਰ ਵਿਚਾਰ ਕਿਹਾ ਸੀ। ਜੇਕਰ ਗਿਆਨ ਨੂੰ ਗਿਆਨ ਹਾਸਲ ਕਰਨ ਵਾਲੀ ਸ਼ਖਸੀਅਤ ਅਤੇ ਗਿਆਨ ਦੇ ਸੰਕਲਪ ਦੇ ਸੰਬੰਧ ਵਿੱਚ ਮੰਨ ਲਿਆ ਜਾਵੇ, ਤਾਂ ਦਰਸ਼ਨ ਗਿਆਨ ਦੇ ਸੰਕਲਪਾਂ ਨੂੰ ਜਾਣਨ ਵੱਲ ਪੁੱਟਿਆ ਪਹਿਲਾ ਕਦਮ ਹੈ। ਅੱਜ ਭਾਵੇਂ ਦਰਸ਼ਨ ਨੂੰ ਇੱਕ ਵਿਸ਼ੇਸ਼ ਖੇਤਰ ਮੰਨਿਆ ਜਾਂਦਾ ਹੈ, ਪਰ ਦਰਸ਼ਨ ਮੁੱਢਲੇ ਰੂਪ ਵਿੱਚ ਬਹੁਤ ਸਾਰੇ ਵਿਸ਼ਿਆਂ ਦਾ ਸੁਮੇਲ ਹੈ। ਦਰਸ਼ਨ ਹਾਸਲ ਕਰਨ ਜਾਂ ਜਾਣੇ ਜਾਣ ਰਾਹੀਂ ਹੋਣ ਵਾਲੇ ਸੁੱਖ ਦੀ ਅਨੁਭੂਤੀ ਦਾ ਆਧਾਰ ਵੀ ਦਾਰਸ਼ਨਿਕ ਰੁਚੀ ਹੈ। ਇਸ ਲਈ ਕਿਸੇ ਪਰਮ ਸੱਤਾ ਅਤੇ ਕੁਦਰਤ ਦੇ ਸਮਾਂਤਰ ਮਨੁੱਖੀ ਹੋਂਦ ਅਤੇ ਜੀਵਨ ਦੇ ਵਿਸਤਾਰ ਬਾਰੇ ਜਾਣਨਾ ਦਰਸ਼ਨ ਦਾ ਦਿਲਚਸਪ ਵਿਸ਼ਾ ਖੇਤਰ ਰਿਹਾ ਹੈ। ਪਰ ਨਾਲ ਹੀ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਦਰਸ਼ਨ ਦੇ ਕੋਈ ਨਿਸ਼ਚਿਤਵਾਦੀ ਧਾਰਨਾ ਨਹੀਂ ਹੋ ਸਕਦੀ। ਗਿਆਨ ਹਾਸਲ ਕਰਨ ਦੀ ਯੋਗਤਾ ਮਨੁੱਖ ਦਾ ਦੇਵੀ ਗੁਣ ਹੈ, ਪਰ ਗਿਆਨ ਦੀ ਇੱਕ ਲਾਜ਼ਮੀ ਸ਼ਰਤ ਵਾਂਗ ਹਰ ਮਨੁੱਖ ਅਤੇ ਮਨੁੱਖੀ ਸਮਾਜ ਵਿੱਚ ਇਕਸਾਰਤਾ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਮਾਰਕਸ ਅਨੁਸਾਰ ਬੌਧਿਕਤਾ ਹਮੇਸ਼ਾ ਇਕਸਾਰ ਹੋਣੀ ਚਾਹੀਦੀ ਹੈ, ਪਰ ਇਸ ਵਿੱਚ ਦਸ਼ਾ ਅਤੇ ਗਤੀ ਦੇ ਪੱਖ ਤੋਂ ਅੰਤਰ ਆ ਹੀ ਜਾਂਦਾ ਹੈ। ਵਿਕਾਸ ਦੇ ਇਸ ਅੰਤਰ ਵਿੱਚ ਚਿੰਤਨ ਕੀਤੇ ਜਾਣ ਵਾਲੇ ਸਰੀਰਕ ਅੰਗ ਨੂੰ ਵੀ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ। ਜੇਕਰ ਗਿਆਨ ਹਾਸਲ ਕਰਨ ਅਤੇ ਤਰਕ ਕਰਨ ਦੀ ਸਰੀਰਕ ਯੋਗਤਾ ਸਾਰੇ ਮਨੁੱਖਾਂ ਵਿੱਚ ਇਕਸਾਰ ਹੈ, ਤਾਂ ਸੋਝੀ ਦਾ ਵਿਕਾਸ ਸਾਰੇ ਮਨੁੱਖਾਂ ਜਾਂ ਮਨੁੱਖੀ ਸਮਾਜਾਂ ਵਿੱਚ ਇਕਸਾਰ ਕਿਉਂ ਨਹੀਂ? ਇਸ ਦਾ ਕਾਰਨ ਵੱਖ-ਵੱਖ ਸਮਾਜਾਂ ਦੀਆਂ ਵੱਖ-ਵੱਖ ਕਿਰਤ ਸਰਗਰਮੀਆਂ, ਉਤਪਾਦਨ ਦੇ ਮੁਖਤਲਿਫ ਹਾਲਾਤ ਅਤੇ ਵੱਖ-ਵੱਖ ਸਮਾਜਾਂ ਦੀਆਂ ਅੰਦਰਿਕਾਂ ਸਮਾਜ ਆਰਥਿਕ ਸਥਿਤੀਆਂ ਹਨ। ਦੂਜੇ ਸ਼ਬਦਾਂ ਵਿੱਚ ਇਹ ਵੀ ਕਿਹਾ ਜਾ ਸਕਦਾ ਕਿ ਜਿਨ੍ਹਾਂ ਮਨੁੱਖੀ ਸਮਾਜਾਂ ਦੇ ਪਦਾਰਥਕ ਵਿਕਾਸ ਤੇਜ਼ ਗਤੀ ਧਾਰਨ ਕੀਤੀ, ਜਿਨ੍ਹਾਂ ਸਮਾਜਾਂ ਵਿੱਚ ਉਤਪਾਦਕ ਸ਼ਕਤੀਆਂ ਵਿੱਚ ਇੱਕ ਵਿਸ਼ੇਸ਼ ਵਰਗ ਨੇ ਅਧਿਕਾਰ ਵਿੱਚ ਆ ਗਈਆਂ, ਉਨ੍ਹਾਂ ਵਿੱਚ ਪ੍ਰਕਿਰਤੀ ਦੇ ਆਧਾਰ ਤੇ ਕੰਮਾਂ ਦੀ ਵੰਡ ਤਿੱਖੀ ਹੋ ਗਈ। ਕਰੜੀ ਸਰੀਰਕ ਮੁਸ਼ੱਕਤ ਇੱਕ ਖਾਸ ਵਰਗ ਦੇ ਹਿੱਸੇ ਆ ਗਈ ਤੇ ਇੱਕ ਵਰਗ ਇਸ ਮਿਹਨਤ ਤੋਂ ਬਚ ਗਿਆ। ਉਸ ਵਰਗ ਵਿੱਚੋਂ ਹੀ ਕੁਝ ਲੋਕ ਦਿਮਾਗੀ ਵਿਚਾਰਾਂ ਤੇ ਮਨੁੱਖੀ ਵਜੂਦ ਦੇ ਸਵਾਲਾਂ ਬਾਰੇ ਸੋਚ ਕੇ ਉਨ੍ਹਾਂ ਦੇ ਉੱਤਰ ਤਲਾਸ਼ਣ ਵਿੱਚ ਜੁਟ ਗਏ। ਦੂਜੇ ਸ਼ਬਦਾਂ ਵਿੱਚ ਇਹ ਕਿਹਾ ਜਾਵੇ ਤਾਂ ਦਰਸ਼ਨ ਸ਼੍ਰੇਣੀ ਕੋਲ ਵਾਲੇ ਸਮਾਜ ਦੇ ਉਤਪਾਦਨ ਦਾ ਇਹ ਸਹਿ ਰੂਪ ਹੈ, ਜੋ ਜੀਵਨ ਦੇ ਵਿਕਾਸ ਤੋਂ ਪ੍ਰਭਾਵਿਤ ਵੀ ਹੁੰਦਾ ਹੈ ਤੇ ਉਸ ਨੂੰ ਪ੍ਰਭਾਵਿਤ ਕਰਨ ਦੇ ਦੁਵੱਲੇ ਸੰਬੰਧਾਂ ਨਾਲ ਜੁੜਿਆ ਹੁੰਦਾ ਹੈ। ਇਸ ਲਈ ਦਰਸ਼ਨ ਦੀ ਉਤਪੱਤੀ ਕਿਸੇ ਵਿਸ਼ੇਸ਼ ਸਮਾਜ ਦੀਆਂ ਕਿਰਤ ਸੰਬੰਧੀ ਗਤੀਵਿਧੀਆਂ ਅਤੇ ਉਨ੍ਹਾਂ ਦੀ ਰਾਜਨੀਤਿਕ ਭਾਗੀਦਾਰੀ ਤੋਂ ਪ੍ਰਭਾਵਿਤ ਹੁੰਦੀ ਹੈ। ਮਾਰਕਸ ਕਹਿੰਦਾ ਹੈ ਕਿ ਦਾਰਸ਼ਨਿਕ ਵਿਸ਼ਲੇਸ਼ਣ ਲਈ ਵਧੇਰੇ ਦਲੇਰ ਅਤੇ ਸੁਤੰਤਰ ਮਨ ਮੁੱਢਲੀਆਂ ਜ਼ਰੂਰਤਾਂ ਹੁੰਦੀਆਂ ਹਨ। ਇਸ ਪ੍ਰਸੰਗ ਵਿੱਚ ਦੇਖਿਆ ਜਾਵੇ ਤਾਂ ਇੱਕ ਵਿਸ਼ੇਸ਼ ਸਮਾਜਿਕ ਅਤੇ ਆਰਥਿਕ ਹਾਲਾਤ ਹੀ ਸਨ, ਜਿਨ੍ਹਾਂ ਦੇ ਸਿੱਟੇ ਵਜੋਂ ਪੂਰਬ ਵਿੱਚ ਭਾਰਤ ਅਤੇ ਚੀਨ ਅਤੇ ਪੱਛਮ ਵਿੱਚ ਯੂਨਾਨ ਵਿੱਚ ਲਗਭਗ ਇੱਕੋ ਸਮੇਂ ਚਿੰਤਨ ਸਰਗਰਮੀਆਂ ਆਰੰਭ ਹੋਈਆਂ। ਥੋੜ੍ਹੇ ਜਿਹੇ ਸਥਾਨਕ ਸੱਭਿਆਚਾਰ ਦਾ ਫਰਕ ਛੱਡ ਕੇ ਪੂਰਬ ਤੋਂ ਪੱਛਮ ਵਿੱਚ ਦਾਰਸ਼ਨਿਕ ਨੇ ਫਿਕਰ ਤੇ ਸਵਾਲ ਲਗਭਗ ਉਹੀ ਸਨ।
ਮਨੁੱਖ ਦੇ ਕੁਦਰਤ ਨਾਲ ਸੰਬੰਧ ਤੇ ਇਸ ਬ੍ਰਹਿਮੰਡ ਦੀ ਚਾਲਕ ਸ਼ਕਤੀ ਸੰਬੰਧੀ ਜਿਗਿਆਸਾ ਇਹਨਾਂ ਸਵਾਲਾਂ ਦੇ ਕੇਂਦਰ ਵਿੱਚ ਸੀ, ਜਿਵੇਂ ਸ੍ਰਿਸ਼ਟੀ ਕੀ ਹੈ, ਦੁਨੀਆ ਕਿਵੇਂ ਬਣੀ, ਚੰਦ, ਸੂਰਜ, ਸਿਤਾਰੇ ਕੀ ਹਨ, ਮਨੁੱਖ ਦੀ ਹੋਂਦ ਕੀ ਹੈ, ਕੁਦਰਤ ਦੀ ਚਾਲਕ ਸ਼ਕਤੀ ਕੌਣ ਹੈ, ਮਨੁੱਖੀ ਜੀਵਨ ਦਾ ਉਦੇਸ਼ ਕੀ ਹੈ, ਮੌਤ ਕੀ ਹੈ, ਆਤਮਾ ਤੇ ਜੀਵਾਤਮਾ ਦੇ ਆਪਸੀ ਸੰਬੰਧ ਕੀ ਹਨ, ਅਤੇ ਮਨੁੱਖ ਕਿਹੜੇ ਕਾਰਜਾਂ ਨਾਲ ਆਪਣੇ ਤੇ ਸਮਾਜ ਦੀ ਬਿਹਤਰੀ ਕਰ ਸਕਦਾ ਹੈ। ਥੋੜ੍ਹੇ ਬਹੁਤੇ ਫ਼ਰਕ ਨਾਲ ਇਹ ਸਾਰੇ ਸਵਾਲ ਭਾਰਤ, ਚੀਨ ਅਤੇ ਯੂਨਾਨ ਦੀਆਂ ਮੁੱਢਲੀਆਂ ਚਿੰਤਨ ਸਰਗਰਮੀਆਂ ਦੇ ਫਿਕਰ ਰਹੇ ਸਨ। ਭਾਰਤ ਵਿੱਚ ਫ਼ਲਸਫ਼ੇ ਲਈ ਸ਼ਬਦ ਦਰਸ਼ਨ ਵਰਤਿਆ ਗਿਆ, ਜਿਸ ਦੇ ਅਰਥ ਹੀ ਦੇਖਣਾ ਹੁੰਦੇ ਹਨ। ਕੇਵਲ ਬਾਹਰੀ ਅੱਖਾਂ ਨਾਲ ਦੇਖਣਾ ਨਹੀਂ, ਬਲਕਿ ਅੰਤਰੀ ਸੋਝੀ ਨਾਲ ਦੇਖਣਾ। ਮਨੁੱਖ ਜਿਸ ਬ੍ਰਹਿਮੰਡ ਦਾ ਹਿੱਸਾ ਹੈ, ਉਸ ਨਾਲ ਮਨੁੱਖੀ ਸੰਬੰਧਾਂ ਨੂੰ ਸਮਝਣਾ ਦਰਸ਼ਨ ਦੇ ਸੰਕਲਪ ਵਜੋਂ ਲਏ ਜਾ ਸਕਦੇ ਹਨ। ਇੱਥੇ ਇਹ ਯਾਦ ਰੱਖਣ ਦੀ ਲੋੜ ਵੀ ਹੈ ਕਿ ਦਰਸ਼ਨ ਮਨੁੱਖ ਦੇ ਬਾਹਰੀ ਸੰਸਾਰ ਬਾਰੇ ਕੁਝ ਵਿਚਾਰਾਂ ਦਾ ਠੁੱਲ੍ਹਾ ਸੰਗ੍ਰਹਿ ਨਹੀਂ, ਬਲਕਿ ਇਹਨਾਂ ਵਿਚਾਰਾਂ ਦੇ ਮੁੜਵੇਂ ਪ੍ਰਭਾਵ ਵਜੋਂ ਮਨੁੱਖੀ ਵਿਹਾਰ ਅਤੇ ਬੌਧਿਕ ਸਰਗਰਮੀ ਨੂੰ ਨਿਰਧਾਰਿਤ ਕਰਨ ਦੀ ਕਿਰਿਆ ਦੇ ਦਰਸ਼ਨ ਦਾ ਰੂਪ ਹੈ। ਫ਼ਲਸਫ਼ਾ ਭਾਵੇਂ ਉਪਰੀ ਨਜ਼ਰੇ ਵਿਗਿਆਨ ਜਾਪਦਾ ਹੈ ਤੇ ਵਿਗਿਆਨ ਹੈ ਵੀ, ਪਰ ਵਿਗਿਆਨ ਕੁਦਰਤ, ਸਮਾਜ ਅਤੇ ਮਨੁੱਖੀ ਚਿੰਤਨ ਦੇ ਸਧਾਰਨ ਨਿਯਮਾਂ ਦੀ ਪੜਤਾਲ ਕਰਦਾ ਹੈ। ਇਸ ਤੇ ਬੋਧਾਤਮਕ, ਸਮਾਜਕ ਤੇ ਵਿਚਾਰਾਤਮਕ ਮਹੱਤਵ ਨੂੰ ਸਮਝ ਕੇ ਹੀ ਮਨੁੱਖੀ ਸੱਭਿਅਤਾ ਦੇ ਇਤਿਹਾਸਕ ਵਿਕਾਸ ਵੱਲ ਦਰਸ਼ਨ ਦੇ ਮਹੱਤਵ ਨੂੰ ਉਲੀਕਿਆ ਜਾ ਸਕਦਾ ਹੈ। ਹੁਣ ਤੱਕ ਸਾਰੇ ਸੰਸਾਰ ਦਾ ਦਾਰਸ਼ਨਿਕ ਇਤਿਹਾਸ ਮੁੱਖ ਤੌਰ ਤੇ ਦੋ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ। ਇਹ ਦੋਵੇਂ ਵਰਗ ਆਪਣੇ ਆਪਣੇ ਵਿਚਾਰਧਾਰਕ ਦ੍ਰਿਸ਼ਟੀਕੋਣ ਤੋਂ ਦਰਸ਼ਨ ਤੇ ਬੁਨਿਆਦੀ ਸਵਾਲਾਂ ਨਾਲ ਜੁੜਦੇ ਰਹੇ ਹਨ। ਇਸ ਸੰਬੰਧ ਵਿੱਚ ਫਰੈਡਰਿਕ ਐਂਗਲਜ਼ ਦੀ ਇੱਕ ਤੁਕ ਬਹੁਤ ਮਹੱਤਵਪੂਰਨ ਹੈ, ਜੋ ਦਰਸ਼ਨ ਦੇ ਵਿਚਾਰਧਾਰਕ ਖਾਸੇ ਬਾਰੇ ਰੋਸ਼ਨੀ ਪਾਉਂਦੀ ਹੈ। ਉਸ ਅਨੁਸਾਰ ਜਿਹੜੇ ਫ਼ਿਲਾਸਫ਼ਰ ਕੁਦਰਤ ਨਾਲ ਆਤਮਾ ਨੂੰ ਪਹਿਲ ਦਿੰਦੇ ਹਨ, ਉਹ ਆਦਰਸ਼ਵਾਦੀ ਗੁੱਟ ਦੇ ਹਨ। ਦੂਜੇ ਪਾਸੇ ਕੁਦਰਤ ਨੂੰ ਬੁਨਿਆਦੀ ਮੰਨਣ ਵਾਲੇ ਦਾਰਸ਼ਨਿਕਾਂ ਨੂੰ ਪਦਾਰਥਵਾਦੀ ਦੀਆਂ ਵੱਖ-ਵੱਖ ਸ਼ਾਖਾਵਾਂ ਨਾਲ ਜੋੜਿਆ ਜਾ ਸਕਦਾ ਹੈ। ਐਂਗਲਜ਼ ਦੀ ਇਸ ਤੁਕ ਰਾਹੀਂ ਦਰਸ਼ਨ ਦੇ ਮੂਲ ਸਵਾਲ ਵੱਲ ਸੰਕੇਤ ਹੀ ਨਹੀਂ, ਬਲਕਿ ਦਰਸ਼ਨ ਦੇ ਸਮੁੱਚੇ ਇਤਿਹਾਸ ਦੀ ਰੂਪ-ਰੇਖਾ ਉਲੀਕ ਦਿੰਦਾ ਹੈ। ਮਨੁੱਖ ਦੀ ਚੇਤਨਾ ਆਪਣੇ ਸਾਰੇ ਕਾਰਜਾਂ ਰਾਹੀਂ ਗਿਆਨ ਹਾਸਲ ਕਰਨ ਵਾਲੇ ਅਤੇ ਜਿਸ ਬਾਰੇ ਗਿਆਨ ਹਾਸਲ ਕੀਤਾ ਜਾ ਰਿਹਾ ਹੋਵੇ ਵਿਚਕਾਰ ਸੰਬੰਧ ਸਥਾਪਿਤ ਕਰਦੀ ਹੈ। ਭਾਰਤੀ ਦਾਰਸ਼ਨਿਕ ਪਦਾਵਲੀ ਵਿੱਚ ਇਸਨੂੰ ਆਤਮਾ ਅਤੇ ਅਨਾਤਮ ਦੇ ਸੰਬੰਧ ਵਜੋਂ ਪੇਸ਼ ਕੀਤਾ ਜਾਂਦਾ ਰਿਹਾ ਹੈ। ਇਸਨੂੰ ਚੇਤਨਾ ਬਨਾਮ ਪਦਾਰਥ ਜਾਂ ਰੂਹਾਨੀਅਤ ਬਨਾਮ ਕੁਦਰਤ ਦੇ ਸੰਬੰਧ ਵਜੋਂ ਵਿਆਖਿਆਇਆ ਜਾਂਦਾ ਹੈ। ਇਹਨਾਂ ਸੰਬੰਧਾਂ ਦੀ ਵਿਆਖਿਆ ਲਈ ਦਰਸ਼ਨ ਸ਼ਾਸਤਰ ਪਦਾਰਥਵਾਦੀ ਅਤੇ ਆਦਰਸ਼ਵਾਦੀ ਵਿਧੀਆਂ ਵਰਤਦਾ ਹੈ। ਦਰਸ਼ਨੀ ਰੁਚੀਆਂ ਦੇ ਆਰੰਭ ਤੋਂ ਹੀ ਪੂਰਬ ਅਤੇ ਪੱਛਮ ਵਿੱਚ ਇਹ ਦੋਵੇਂ ਵਿਧੀਆਂ ਬਹੁਤ ਪ੍ਰਚਲਿਤ ਰਹੀਆਂ ਹਨ। ਆਦਰਸ਼ਵਾਦੀ ਵਿਧੀ ਸਮੂਹ ਪਦਾਰਥਕ ਜਗਤ ਨੂੰ ਰੂਹਾਨੀਅਤ ਆਦਿਕ ਸੰਸਾਰ ਦੀ ਉਪਜ ਕਹਿੰਦੇ ਹਨ, ਜਦਕਿ ਪਦਾਰਥਵਾਦੀ ਹਰ ਤਰ੍ਹਾਂ ਦੇ ਵਿਚਾਰਕ ਜਗਤ ਸਮੇਤ ਰੂਹਾਨੀਅਤ ਦੇ ਨੂੰ ਪਦਾਰਥ ਸੰਸਾਰ ਦੇ ਪ੍ਰਭਾਵਵਸ਼ ਪੈਦਾ ਹੋਏ ਮੰਨਦੇ ਹਨ। ਫ਼ਲਸਫ਼ਾ ਜਾਂ ਦਰਸ਼ਨ ਈਸਾ ਪੂਰਵ 1000 ਸਾਲ ਦੇ ਆਸ-ਪਾਸ ਮਨੁੱਖੀ ਚਿੰਤਨ ਦੇ ਕੇਂਦਰ ਵਿੱਚ ਆਉਂਦਾ ਹੈ। ਪੂਰਬ ਵਿੱਚ ਪੈਦਾ ਹੋਇਆ ਚਿੰਤਨ, ਵਿਸ਼ੇਸ਼ ਕਰਕੇ ਭਾਰਤੀ ਦਰਸ਼ਨ, ਆਤਮਾ ਪਰਮਾਤਮਾ ਦੇ ਸੰਬੰਧਾਂ ਨੂੰ ਵਧੇਰੇ ਮੁਖਾਤਿਬ ਹੋਇਆ। ਡਾਕਟਰ ਰਾਧਾ ਕ੍ਰਿਸ਼ਨਨ ਭਾਰਤੀ ਦਰਸ਼ਨ ਨੂੰ ਅਧਿਆਤਮਵਾਦੀ ਦਰਸ਼ਨ ਆਖਦਾ ਹੈ। ਭਾਵੇਂ ਭਾਰਤ ਵਿੱਚ ਪਦਾਰਥਵਾਦੀ ਦਰਸ਼ਨ ਦੀਆਂ ਕਈ ਸਮਾਂਤਰ ਸ਼ਾਖਾਵਾਂ ਵੀ ਪੈਦਾ ਹੁੰਦੀਆਂ ਰਹੀਆਂ, ਪਰ ਸਤ੍ਹਾ ਨਾਲ ਸੰਬੰਧਾਂ ਦੇ ਆਪਣੇ ਵਿਚਾਰਧਾਰਕ ਪੈਂਤੜੇ ਕਾਰਨ ਅਧਿਆਤਮ ਦੀ ਮੁੱਲ ਸੁਰ ਭਾਰਤੀ ਦਰਸ਼ਨ ਵਿੱਚ ਪਾਰੂ ਰਹੀ। ਇਸ ਦੇ ਮੁਕਾਬਲੇ ਪ੍ਰਾਚੀਨ ਯੂਨਾਨ ਵਿੱਚ ਭੌਤਿਕਤਾ, ਤਰਕ ਅਤੇ ਨੀਤੀ ਦੇ ਰੂਪ ਵਿੱਚ ਕਈ ਸ਼ਾਖਾਵਾਂ ਇੱਕੋ ਸਮੇਂ ਪੈਦਾ ਹੋਈਆਂ। ਯੂਨਾਨੀ ਦਰਸ਼ਨ ਵਿੱਚ ਵਿਸ਼ੇਸ਼ ਸੰਦਰਭ ਵਿੱਚ ਮਨੁੱਖਾਂ ਦੇ ਗਿਆਨ ਯੋਗ ਕੇਂਦਰ ਨਾਲ ਸੰਬੰਧ ਬਣਾਉਣ ਦੀ ਜਿਗਿਆਸਾ ਪਈ ਹੈ। ਯੂਨਾਨੀ ਦਰਸ਼ਨ ਅਨੁਸਾਰ ਭੌਤਿਕ ਜਗਤ ਬਾਹਰੀ ਪਸਾਰਾ ਹੈ, ਨੀਤੀ ਪਰਮ ਸੱਚ ਦੀ ਵਿਆਖਿਆ ਹੈ, ਤੇ ਤਰਕ ਰਾਹੀਂ ਇਹਨਾਂ ਦੇ ਆਪਸੀ ਸੰਬੰਧਾਂ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਦਰਸ਼ਨ ਦੇ ਚਾਰੇ ਪ੍ਰਮੁੱਖ ਪੱਖਾਂ ਧਰਮ, ਸਮਾਂਤਰ, ਭੌਤਿਕਤਾ, ਨੈਤਿਕਤਾ ਅਤੇ ਪ੍ਰਕਿਰਤੀਵਾਦ ਬਾਰੇ ਲੰਮਾ ਚਿੰਤਨ ਯੂਨਾਨੀ ਦਰਸ਼ਨ ਦੇ ਆਰ-ਪਾਰ ਫੈਲਿਆ ਹੋਇਆ ਮਿਲਦਾ ਹੈ। ਬਿਨਾਂ ਸ਼ੱਕ ਜਿਗਿਆਸਾ ਜਾਂ ਗਿਆਨ ਹਾਸਲ ਕਰਨ ਦੀ ਲਾਲਸਾ ਦਰਸ਼ਨ ਦੇ ਪੈਦਾ ਹੋਣ ਦਾ ਮੁੱਲ ਕਾਰਨ ਰਹੀ ਹੈ। ਪਰ ਜਿਵੇਂ ਪਹਿਲਾਂ ਵਿਚਾਰਿਆ ਗਿਆ ਹੈ, ਪਦਾਰਥਕ ਕਾਰਨਾਂ ਨੂੰ ਸਹੀ ਸੰਦਰਭ ਵਿੱਚ ਜਾਣੇ ਬਿਨਾਂ ਦਰਸ਼ਨ ਦੀ ਉਤਪੱਤੀ ਦਾ ਸਹੀ ਤਰਕ ਨਹੀਂ ਉਸਾਰਿਆ ਜਾ ਸਕਦਾ। ਯੂਨਾਨ ਭੂ-ਮੱਧ ਸਾਗਰ ਦੇ ਉੱਤਰ-ਪੂਰਬ ਵਿੱਚ ਸਾਹਿਤ
ਸਾਥੀ ਛੋਟੇ-ਛੋਟੇ ਟਾਪੂਆਂ ਦਾ ਸਮੂਹ ਹੈ ਜੋ ਪੁਰਾਤਨ ਕਾਲ ਵਿੱਚ ਕਈ ਰਾਜਾਂ ਵਿੱਚ ਵੰਡਿਆ ਹੋਇਆ ਸੀ। ਇਹ ਰਾਜਾਂ ਵਿਚਕਾਰ ਸੱਤਾ ਦੀ ਕਾਇਮੀ ਲਈ ਇੱਕ ਲਗਾਤਾਰ ਇੱਕ ਸੰਘਰਸ਼ ਚੱਲਦਾ ਰਹਿੰਦਾ ਸੀ। ਇਸ ਸੰਘਰਸ਼ ਨੇ ਯੂਨਾਨੀ ਰਾਜਾਂ ਦੇ ਇਤਿਹਾਸ ਵਿੱਚ ਕਈ ਖੂਨੀ ਅਧਿਆਏ ਵੀ ਦਰਜ ਕਰਵਾਏ। ਨਾਲ ਹੀ ਸੰਘਰਸ਼ ਦੇ ਸਿੱਟੇ ਵਜੋਂ ਕੁਦਰਤੀ ਸਾਧਨਾਂ ਦੀ ਵਰਤੋਂ ਕਰਕੇ ਬਿਹਤਰ ਮਨੁੱਖੀ ਸਮੂਹਾਂ ਦੀ ਸਿਰਜਣਾ ਦਾ ਸੁਪਨਾ ਵੀ ਇਹਨਾਂ ਰਾਜਾਂ ਦੇ ਸ਼ਹਿਰੀਆਂ ਨੇ ਦੇਖਿਆ। ਲੋਹਾ, ਤਾਂਬਾ ਤੇ ਹੋਰ ਧਾਤੂਆਂ ਦੀ ਖੋਜ ਵਿਕਸਿਤ ਹਥਿਆਰਾਂ ਲਈ ਹੀ ਨਹੀਂ, ਸਗੋਂ ਮਨੁੱਖੀ ਵਰਤੋਂ ਦੀਆਂ ਕਈ ਚੀਜ਼ਾਂ ਇਹਨਾਂ ਤੰਤਾਂ ਰਾਹੀਂ ਹੋਂਦ ਵਿੱਚ ਆਈਆਂ। ਫੌਜਾਂ ਦੀ ਆਮਦ, ਰਫਲ ਲਈ ਜਲ ਮਾਰਗਾਂ ਦੀ ਵਰਤੋਂ ਦੀ ਲੋੜ ਨੇ ਕਿਸ਼ਤੀਆਂ ਬਣਾਉਣ ਵਿੱਚ ਯੂਨਾਨੀ ਲੋਕਾਂ ਨੂੰ ਮਾਹਰ ਬਣਾ ਦਿੱਤਾ। ਸੰਕਟ ਵਿੱਚ ਸ਼ਹਿਰੀਆਂ ਦੀ ਹਿਫਾਜ਼ਤ ਲਈ ਇਮਾਰਤ ਸਾਜੀ ਦੀ ਕਲਾ ਵਿਕਸੀ ਤੇ ਘੇਰਾਬੰਦੀ ਦੌਰਾਨ ਆਪਣੇ ਸ਼ਹਿਰੀਆਂ ਦੀ ਢਿੱਡ ਭਰਨ ਦੀ ਚਿੰਤਾ ਨੇ ਖੇਤੀ ਉਤਪਾਦਨ ਵਿੱਚ ਵਾਧੇ ਲਈ ਹਾਲਾਤ ਪੈਦਾ ਕੀਤੇ। ਸ਼ਹਿਰੀਕਰਨ, ਆਰਾਮਦਾਇਕ ਘਰਾਂ ਦੇ ਮੌਸਮ ਦੀ ਮਾਰ ਰੋਕਣ ਲਈ ਕੱਪੜਿਆਂ ਦੀ ਕਾਢ ਪ੍ਰਤੀ ਖਾਸ ਰੁਝਾਨ ਉਸ ਦੌਰ ਦੇ ਯੂਨਾਨ ਵਿੱਚ ਦੇਖਣ ਨੂੰ ਮਿਲਦਾ ਹੈ। ਦਸਤਕਾਰੀ ਦਾ ਵਿਕਾਸ ਇਸ ਸਭ ਤੋਂ ਸਮਾਂਤਰ ਹੋਇਆ। ਇਹ ਸਾਰੇ ਹਾਲਾਤ ਮਨੁੱਖੀ ਮਨ ਵਿੱਚ ਹੋਂਦ ਦੇ ਮੂਲ ਸਵਾਲਾਂ ਪ੍ਰਤੀ ਜਾਗਰੂਕ ਹੋਣ ਲਈ ਐਨ ਅਨੁਕੂਲ ਸਨ। ਯੂਨਾਨ ਵਿੱਚ ਦਰਸ਼ਨ ਦੇ ਆਰੰਭ ਬਾਰੇ ਵਿਦਵਾਨਾਂ ਦੇ ਮਤ ਭਿੰਨ-ਭਿੰਨ ਹਨ। ਯੂਨਾਨੀ ਦਾਰਸ਼ਨਿਕ ਧਾਰਨਾਵਾਂ ਨੂੰ ਪੂਰਬ ਵਿੱਚ ਪੈਦਾ ਹੋਈਆਂ ਮੰਨਣ ਵਾਲੇ ਚਿੰਤਕਾਂ ਵਿੱਚ ਕਲੇਮੈਂਟ ਅਤੇ ਯੂਸੇਬੀਅਸ ਕੁਆਡਰਸ ਆਦਿ ਦਾਰਸ਼ਨਿਕ ਹਨ। ਦੂਜੇ ਵਿਚਾਰ ਅਨੁਸਾਰ ਯੂਨਾਨ ਹੀ ਸਥਾਨਕ ਦਰਸ਼ਨ ਦੀ ਜਨਮ ਭੂਮੀ ਹੈ। ਜੇਲਰ ਇਸ ਵਿਚਾਰ ਦਾ ਸਭ ਤੋਂ ਵੱਡਾ ਸਮਰਥਕ ਹੈ। ਭਾਵੇਂ ਯੂਨਾਨੀ ਦਾਰਸ਼ਨਿਕਾਂ ਨੇ ਪੂਰਬ ਨਾਲ ਸੰਬੰਧਾਂ ਕਾਰਨ ਦਾਰਸ਼ਨਿਕ ਲੱਭਤਾਂ ਦੀ ਸਮਾਨਤਾ ਪਾਈ ਜਾਂਦੀ ਹੈ, ਪਰ ਤਾਂ ਵੀ ਯੂਨਾਨੀ ਦਰਸ਼ਨ ਨੂੰ ਨਿਰੋਲ ਪੂਰਬ ਦੀ ਦੇਣ ਕਹਿਣਾ ਗਲਤ ਹੋਵੇਗਾ। ਪੁਰਾਤਨ ਯੂਨਾਨੀ ਦਾਰਸ਼ਨਿਕਾਂ ਦੇ ਸਿਧਾਂਤਾਂ ਵਿੱਚ ਮੁੱਢਲੀ ਅਵਸਥਾ ਦੀ ਸਾਦਗੀ ਅਤੇ ਆਜ਼ਾਦ ਮੌਜੂਦ ਹਨ ਅਤੇ ਮੱਧਯੁੱਗ ਤੱਕ ਇਸਦੇ ਮਗਰਲੇ ਵਿਕਾਸ ਵਿੱਚ ਐਸੇ ਨਿਸ਼ਾਨੇ ਨਹੀਂ ਮਿਲਦੇ ਜਿਨ੍ਹਾਂ ਨਾਲ ਇਹ ਦਾਰਸ਼ਨਿਕ ਪੱਧਤੀ ਨੂੰ ਨਿਰੋਲ ਵਿਦੇਸ਼ੀ ਸਾਬਤ ਕੀਤਾ ਜਾ ਸਕੇ। ਬਾਹਰਲੇ ਪ੍ਰਭਾਵਾਂ ਵਾਲੇ ਇਸਦੇ ਅਸਰ ਵੀ ਯਵਨ ਸਭਿਅਤਾ ਦੀ ਦੇਣ ਹਨ। ਯੂਨਾਨ ਵਿੱਚ ਪੁਰਾਤਨ ਬਸਤੀਆਂ ਦੇ ਵਸੇਵੇ ਦੀ ਸ਼ੁਰੂਆਤ 10,000 ਈਸਾ ਪੂਰਵ ਤੋਂ ਲੈ ਕੇ 3,000 ਈਸਾ ਪੂਰਵ ਦੌਰਾਨ ਹੋਈ। ਯੂਨਾਨੀ ਸਮਾਜ ਲੰਮੇ ਇਤਿਹਾਸਕ ਵਿਕਾਸ ਵਿੱਚੋਂ ਲੰਘਦਾ ਹੋਇਆ ਯੁੱਗ ਦੀਆਂ ਹੰਢਾਉਂਦਾ ਜਨਜਾਤੀ ਸੰਗਠਨ ਤੋਂ ਵਿਕਾਸ ਕਰਕੇ ਗੱਠਸ਼ਾਹੀ ਤੱਕ ਪਹੁੰਚਦਾ ਹੈ। ਕੁਲੀਨ ਤੰਤਰ ਦੇ ਵਿਕਾਸ ਨੇ ਜਨਮ ਦੇ ਮੁਕਾਬਲੇ ਯੋਗਤਾ ਰਾਜਕਾਜ ਲਈ ਮੁੱਢਲਾ ਨਿਯਮ ਬਣਾ ਦਿੱਤਾ। ਰਾਜਤੰਤਰ ਤੋਂ ਕੁਲੀਨਤਾ ਅਤੇ ਕੁਲੀਨਤਾ ਤੋਂ ਨਿਰੰਕੁਸ਼ਤਾ ਤੱਕ ਦੇ ਸਫ਼ਰ ਦੌਰਾਨ ਸਧਾਰਨ ਬੰਦੇ ਦੀ ਯੋਗਤਾ ਅਤੇ ਹੌਸਲਾ ਅਹਿਮ ਤੱਤ ਬਣੇ। ਵੱਡੀਆਂ ਤਾਕਤਾਂ ਨੇ ਵਿਕਸਿਤ ਹੋ ਰਹੇ ਯੂਨਾਨੀ ਰਾਜਾਂ ਵੱਲ ਮੂੰਹ ਕੀਤਾ। ਫਾਰਸ ਨਾਲ ਹੋਏ ਭਿਆਨਕ ਯੁੱਧਾਂ ਨੇ ਨਾ ਸਿਰਫ ਰਾਜਾਂ ਜਿਵੇਂ ਸਪਾਰਟਾ ਅਤੇ ਐਥਨਜ਼ ਆਦਿ ਦੇ ਸੁਮੇਲ ਨੂੰ ਉਤਸ਼ਾਹਿਤ ਕੀਤਾ, ਬਲਕਿ ਸਾਂਝੇ ਰਾਜ ਲਈ ਸ਼ਾਸਕ ਵਿਵਸਥਾ ਵਜੋਂ ਲੋਕਤੰਤਰ ਸਭ ਤੋਂ ਸੁਖਾਵਾਂ ਬਦਲ ਬਣ ਗਿਆ। ਲੋਕਾਂ ਨੇ ਵਿਸ਼ੇਸ਼ ਕਰਕੇ ਸੰਕਟ ਦੌਰਾਨ ਸ਼ਾਸਨ ਵਿਵਸਥਾ ਨੂੰ ਆਪ ਚੁਣੀ ਹੋਈ ਸੰਸਦ ਦੇ ਹੱਥਾਂ ਵਿੱਚ ਦੇਣ ਦੀ ਪਿਰਤ ਪਾ ਲਈ। 481 ਤੋਂ 479 ਈਸਾ ਪੂਰਵ ਤੱਕ ਫਾਰਸ ਨਾਲ ਹੋਏ ਤਬਾਹਕਾਰੀ ਯੁੱਧ ਵਿੱਚ ਯੂਨਾਨ ਦੀ ਹੋਣੀ ਤੇ ਲੋਕਤੰਤਰੀ ਵਿਧੀ ਨੂੰ ਪੱਕੇ ਪੈਰੀਂ ਕਰ ਦਿੱਤਾ। ਲੋਕਤੰਤਰ ਸਿਰਫ ਰਾਜਕਾਜੀ ਵਿਧੀ ਨਾ ਹੋ ਕੇ ਜਨ ਸਧਾਰਨ ਦੀ ਪ੍ਰਤਿਨਿਧਤਾ ਦਾ ਤਰੀਕਾ ਵੀ ਹੈ। ਲੋਕਤੰਤਰੀ ਵਿਧੀ ਸਾਰੇ ਲੋਕਾਂ ਨੂੰ ਆਪਣੇ ਵਿਚਾਰਾਂ ਨੂੰ ਘੋਖਣ ਤੇ ਉਨ੍ਹਾਂ ਦੀ ਪੂਰਵ ਪਰਖ ਦੀ ਕਮੇਟੀ ਆਪ ਨਿਰਧਾਰਨ ਕਰਨਾ ਸਿਖਾਉਣ ਵਾਲੀ ਕਲਾ ਸੀ। ਯੂਨਾਨ ਦੀ ਸਾਂਝੀ ਰਾਜਧਾਨੀ ਵਜੋਂ ਵਿਕਸਿਤ ਹੋਇਆ ਐਥਨਜ਼ ਸ਼ਹਿਰ ਵਿਚਾਰਾਂ ਦੀ ਭੇਡ ਦਾ ਮੰਚ ਵੀ ਬਣਿਆ। ਜ਼ਿੰਦਗੀ ਬਾਰੇ ਵੱਖਰੇ-ਵੱਖਰੇ ਦ੍ਰਿਸ਼ਟੀਕੋਣ ਰੱਖਣ ਵਾਲੇ ਵਿਚਾਰ ਆਪਸ ਵਿੱਚ ਭਿੜੇ ਅਤੇ ਕਿਸੇ ਆਤਮ ਸੱਚ ਦੀ ਖੋਜ ਦੀ ਇੱਛਾ ਨਾਲ ਇਸ ਸੰਵਾਦ ਦਾ ਹਿੱਸਾ ਬਣੇ। ਐਥਨਜ਼ ਵਿੱਚ ਏਸ਼ੀਆ ਮਾਈਨਰ ਤੋਂ ਆ ਵਸੇ ਲੋਕ ਅਤੇ ਉਨ੍ਹਾਂ ਦੇ ਵਪਾਰ, ਕਲਾ, ਸ਼ਿਲਪ ਨੇ ਰਾਜਨੀਤੀ ਸੰਬੰਧੀ ਅਲੱਗ ਵਿਚਾਰਾਂ ਨੂੰ ਯੂਨਾਨੀ ਦਰਸ਼ਨ ਨੂੰ ਵਿਦਵਤਾ ਪ੍ਰਦਾਨ ਕੀਤੀ। ਇਹਨਾਂ ਲੋਕਾਂ ਦੀ ਯੂਨਾਨੀ ਦਰਸ਼ਨ ਵਿੱਚ ਦਖਲ-ਅੰਦਾਜ਼ੀ ਨਾਲ ਹੀ ਪੂਰਬ ਦੇ ਪ੍ਰਭਾਵ ਵਿੱਚ ਅਤੇ ਪੂਰਬ ਦੇ ਪ੍ਰਭਾਵ ਤੋਂ ਮੁਕਤ ਯੂਨਾਨੀ ਦਾਰਸ਼ਨਿਕ ਧਾਰਨਾਵਾਂ ਬਾਰੇ ਬਹਿਸ ਛਿੜਦੀ ਹੈ। ਇਸ ਸੰਬੰਧੀ ਗਲੇਜ਼ਡੀ ਦੀ ਧਾਰਨਾ ਬੜੀ ਗੌਲਣਯੋਗ ਅਤੇ ਅਹਿਮ ਹੈ ਕਿ ਸੁਕਰਾਤ ਪੂਰਬ ਯੂਨਾਨੀ ਦਰਸ਼ਨ ਵਿੱਚ ਸ੍ਰਿਸ਼ਟੀ ਵਿਗਿਆਨ ਸੰਬੰਧੀ 5 ਪੂਰਬੀ ਖਿੱਤਿਆਂ
ਦੇ ਸਿਧਾਂਤਾਂ ਨੂੰ ਬਿਨਾਂ ਕਿਸੇ ਵਿਸ਼ੇਸ਼ ਤਬਦੀਲੀ ਦੇ ਪੁਨਰ ਪ੍ਰਸਤੁਤ ਕੀਤਾ ਗਿਆ।